ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਦੋਇ ਕਰ ਜੋੜ ਕਰੂੰ ਬੇਨੰਤੀ, ਠਾਕੁਰ ਆਪਣਾ ਧਿਆਇਆ। ਹਾਥ ਦੇ ਰਾਖੇ ਪਰਮੇਸ਼ਰ, ਸਗਲਾ ਦੁਰਤ ਮਿਟਾਇਆ। ਠਾਕੁਰ ਹੋਏ ਆਪ ਦਿਆਲ, ਭਈ ਕਲਿਆਣ ਆਨੰਦ ਰੂਪ ਹੋਈ ਹੈ। ਉਬਰੇ ਬਾਲ ਗੋਪਾਲ, ਮਿਲਵਰ ਨਾਰੀ ਮੰਗਲ ਗਾਇਆ। ਠਾਕੁਰ ਕਾ ਜੈਕਾਰ, ਕਹੋ ਨਾਨਕ ਤਿਸ ਗੁਰ ਬਲਿਹਾਰੀ। ਜਿਨ ਸਭ ਕਾ ਕੀਆ ਉਧਾਰ, ਕਹੋ ਨਾਨਕ ਤਿਸ ਗੁਰ ਬਲਿਹਾਰੀ। ਜਿਨ ਸਭ ਕਾ ਕੀਆ ਉਧਾਰ। ਪਸ਼ੂ ਪ੍ਰੇਤ ਮੁਗਤ ਕੋ ਤਾਰੇ, ਪਾਹਨ ਪਾਰ ਉਤਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਰਹਿਮਤ ਬਖਸ਼ੀ ਦਾ ਸਦਕਾ ਆਪ ਸਾਰੇ ਮਾਈ ਭਾਈ ਅੰਮ੍ਰਿਤ ਵੇਲੇ ਜਾਗ ਕੇ ਸਤਿਗੁਰਾਂ ਦੀ ਸਤ ਸੰਗਤ ਕਰਕੇ ਆਪਣੀਆਂ ਜੋ ਸ਼ੁਭ ਕਾਮਨਾਵਾਂ ਨੇ ਉਹਨੂੰ ਗੁਰੂ ਦੇ ਦਹਲੀਜ਼ 'ਤੇ ਰੱਖ ਕੇ ਗੁਰੂ ਪਾਸੋਂ ਉਸ ਅੰਮ੍ਰਿਤ ਵੇਲੇ ਦੀ ਦਾਤ, ਅੰਮ੍ਰਿਤ ਬਾਣੀ ਅਤੇ ਅੰਮ੍ਰਿਤ ਵੇਲੇ ਦੀ ਅਤੇ ਅੰਮ੍ਰਿਤ ਦੀ ਇਹ ਦਾਤਾਂ ਆਪ ਦਰਗਾਹੀ ਦਾਤਾਂ ਮੰਗ ਰਹੇ ਹੋ। ਵੱਡੇ ਭਾਗਾਂ ਵਾਲੇ ਹੋ। ਸਤਿਗੁਰੂ ਕਹਿੰਦੇ ਨੇ, ਐਸੇ ਸਿੱਖਾਂ ਤੋਂ ਮੈਂ ਬਲਿਹਾਰ ਜਾਨਾ ਵਾਂ ਜਿਹੜੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਪਿਆਰ ਮੰਗਦੇ ਹਨ। ਤੋ ਆਪ ਸਾਰੇ ਵੱਡੇ ਭਾਗਾਂ ਵਾਲੇ ਹੋ ਔਰ ਭਾਗਾਂ ਵਾਲੇ ਹੀ ਮੰਨੇ ਜਾਂਦੇ ਨੇ। ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਮਹਾਰਾਜ ਕਹਿੰਦੇ ਨੇ, ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਔਰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਜਿਹੜੇ ਸੰਗਤ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਜਿਹੜੇ ਭਾਗਾਂ ਤੋਂ ਹੀਣੇ ਨੇ ਉਹ ਚੋਟਾਂ ਖਾਂਦੇ ਨੇ। ਜਿਨ ਹਰੀ ਦੇ ਪਿਆਰਿਆਂ ਨੇ ਨਾਮ ਸੰਗਤ ਵਿੱਚ ਜਪਿਆ, ਮਹਾਰਾਜ ਕਹਿੰਦੇ ਵਡਭਾਗੀ ਹਰ ਸੰਗਤ ਪਾਵੇ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ। ਪਰ ਮਹਾਰਾਜ ਕਹਿੰਦੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਔਰ ਇਹ ਭਾਗਾਂ ਤੋਂ ਬਗੈਰ ਮਿਲਦੀ ਨਹੀਂ ਹੈ। ਇਹ ਉਦੋਂ ਹੀ ਮਿਲਦੀ ਹੈ ਜਦੋਂ ਸਾਡਾ ਕੋਈ ਪੂਰਬਲਾ ਕਰਮ ਫੁੱਟ ਪਵੇ, ਤਾਂ ਹੀ ਇਹ ਦਾਤ ਪ੍ਰਾਪਤ ਹੁੰਦੀ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਤੁਹਾਡਾ ਅੰਮ੍ਰਿਤ ਵੇਲਾ ਸਦਾ ਬਣਿਆ ਰਵੇ। ਆਓ ਚੱਲ ਰਹੀ ਲੜੀਵਾਰ ਸ੍ਰੀ ਜਾਪ ਸਾਹਿਬ ਜੀ ਦੀ ਵਿਚਾਰ ਅਸੀਂ ਮਿਲ ਬੈਠ ਕੇ 186 186 ਛੰਦਾਂ ਤੱਕ ਅਸੀਂ ਵਿਚਾਰ ਸਾਂਝ ਕੀਤੀ ਹੈ। ਅੱਜ 187 187 ਛੰਦ ਆਰੰਭ ਹੋਣਾ ਹੈ। ਮਨ ਬਿਰਤੀਆਂ ਕੁਝ ਸਮੇਂ ਲਈ ਇਕਾਗਰ ਕਰਦੇ ਹੋਏ ਸਾਰੇ ਪਿਆਰ ਵਿੱਚ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਨਮੋ ਜੁਦ ਜੁਦੇ, ਨਮੋ ਗਿਆਨ ਗਿਆਨੇ। ਨਮੋ ਭਾਵ ਨਮਸਕਾਰ। ਕਿਸ ਨੂੰ? ਕਨਸੈਪਟ ਉਹੀ ਚੱਲ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪਰਮਾਤਮਾ ਦੀ ਉਸਤਤ ਕਰਦੇ ਹੋਏ ਉਸ ਨੂੰ ਨਮਸਕਾਰ ਕਰ ਰਹੇ ਨੇ। ਇੱਥੋਂ ਇਹ ਗੱਲ ਕਲੀਅਰ ਹੈ ਕਿ ਗੁਰੂ ਆਪਣਾ ਸੀਸ
ਨਮਸਕਾਰ ਸਿਰਫ ਪਰਮਾਤਮਾ ਦੇ ਅੱਗੇ ਕਰਦੇ ਹਨ, ਕਿਸੇ ਹੋਰ ਦੇ ਅੱਗੇ ਨਹੀਂ ਕਰਦੇ। ਅਸੀਂ ਕੋਈ ਵੀ ਆ ਜਾਏ ਆਪਣਾ ਸੀਸ ਝੁਕਾ ਦਿੰਦੇ ਹਾਂ। ਨਹੀਂ, ਮਹਾਰਾਜ ਕਹਿੰਦੇ ਨੇ ਮੇਰਾ ਜਦੋਂ ਵੀ ਸੀਸ ਝੁਕੇਗਾ ਉਸ ਪਰਮਾਤਮਾ ਦੇ ਚਰਨਾਂ ਵਿੱਚ ਝੁਕੇਗਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਵਿੱਚ ਸ਼ਹਾਦਤ ਦਾ ਜਾਮ ਪੀਣ ਆਏ ਨਾ, ਉਸ ਵੇਲੇ ਜਲਾਦ ਨੇ ਕਿਹਾ ਤੁਹਾਡੀ ਕੋਈ ਇੱਛਾ ਹੈ? ਤਾਂ ਮਹਾਰਾਜ ਨੇ ਉਸ ਵੇਲੇ ਬੜੇ ਪਿਆਰ ਸਹਿਤ ਸੀਸ ਝੁਕਾਇਆ ਅਤੇ ਮਹਾਰਾਜ ਪਤਾ ਨਹੀਂ ਕਿਸ ਮੋਜ ਵਿੱਚ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਰਹੇ ਸਨ। ਪਰ ਕਮਾਲ ਦੀ ਗੱਲ ਹੈ, ਜਲਾਦ ਨੇ ਸਮਝਿਆ ਸ਼ਾਇਦ ਝੁਕ ਗਏ ਨੇ, ਕਿਧਰੇ ਮੇਰੇ ਅੱਗੇ ਮੇਰੀ ਇਸ ਦੇਗ ਨੂੰ ਦੇਖ ਕੇ ਇਹ ਡੋਲ ਗਏ ਨੇ। ਪਰ ਜਦ ਮਹਾਰਾਜ ਨੇ ਕਿਹਾ ਮੈਂ ਸੀਸ ਝੁਕਾਵਾਂ ਤੇ ਤੂੰ ਆਪਣਾ ਕਾਰਜ ਕਰ ਤੇ ਮੈਂ ਆਪਣਾ ਕਰਾਂਗਾ। ਦਰਅਸਲ ਗੁਰੂ ਤੇਗ ਬਹਾਦਰ ਬਾਬਾ ਜੀ ਉਸ ਵੇਲੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੇ ਸਨ ਕਿ ਹੇ ਅਕਾਲ ਪੁਰਖ ਵਾਹਿਗੁਰੂ। ਧੰਨ ਗੁਰੂ ਤੇਗ ਬਹਾਦਰ ਕਹਿੰਦੇ ਨੇ ਬਾਬਾ ਜੀ, ਹੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਮੈਨੂੰ ਇੰਨਾ ਉਸ ਕਾਬਲ ਬਣਾ ਦਿੱਤਾ ਹੈ ਕਿ ਅੱਜ ਮੈਂ ਸ਼ਹਾਦਤ ਦਾ ਜਾਮ ਪੀਣ ਲੱਗਾ ਵਾਂ ਅਤੇ ਮੈਨੂੰ ਮੇਰੇ ਅੰਦਰ ਕੋਈ ਵੀ ਕਿਸੇ ਤਰ੍ਹਾਂ ਦੀ ਅੰਦਰ ਮੈਂ ਪਰੇਸ਼ਾਨ ਜਾਂ ਦੁਖੀ ਨਹੀਂ ਹਾਂ। ਮੈਂ ਹੁਣ ਵੀ ਚੜ੍ਹਦੀ ਕਲਾ ਵਿੱਚ ਹਾਂ ਔਰ ਜਿਹੜਾ ਮੈਂ ਸੀਸ ਝੁਕਾਇਆ ਹੈ ਇਹ ਪਰਮਾਤਮਾ ਮੈਂ ਤੇਰੇ ਸ਼ੁਕਰਾਨੇ ਵਿੱਚ ਹੈ। ਕੇਤੀਆਂ ਦੂਖ ਭੂਖ ਸਦ ਮਾਰ ਇਹ ਬੇਦਾਤ ਤੇਰੀ ਦਾਤਾਰ। ਹਰ ਦੁੱਖ ਵਿੱਚ ਹਰ ਸੁੱਖ ਵਿੱਚ ਸੀਸ ਗੁਰੂ ਦੇ ਚਰਨਾਂ ਵਿੱਚ ਅਸੀਂ ਨਿਭਾਈਏ। ਅਕਸਰ ਪਤਾ ਲੱਗਦਾ ਹੈ ਕਿ ਕਈ ਵਾਰੀ ਘਰ ਵਿੱਚ ਦੁੱਖ ਆਉਂਦਾ ਹੈ, ਉਸ ਵੇਲੇ ਅਸੀਂ ਗੁਰਮਤਿ ਦੀ ਮਰਿਆਦਾ ਤੋਂ ਪਰੇ ਹੋ ਜਾਂਦੇ ਹਾਂ ਅਤੇ ਅਸੀਂ ਜਿੱਥੇ ਨਮਸਕਾਰ ਕਰਨੀ ਹੈ ਉੱਥੇ ਕੀਤੀ ਨਹੀਂ ਅਤੇ ਜਿੱਥੇ ਕਰਨੀ ਚਾਹੀਦੀ ਉੱਥੇ ਕਰਦੇ ਨਹੀਂ ਹਾਂ। ਅਤੇ ਗੁਰੂ ਸਾਹਿਬ ਕਹਿੰਦੇ ਨੇ ਜਦ ਵੱਡੇ ਤੋਂ ਵੱਡਾ ਦੁੱਖ ਵੀ ਤੇਰੇ 'ਤੇ ਘਰ ਵਿੱਚ ਆ ਜਾਵੇ ਉਸ ਵੇਲੇ ਤੂੰ ਸੀਸ ਜਿਹੜਾ ਉਹ ਪਰਮਾਤਮਾ ਦੇ ਚਰਨਾਂ ਵਿੱਚ ਹੀ ਝੁਕਾ। ਤਾਂ ਮਹਾਰਾਜ ਹੁਣ ਨਮੋ ਦੀ ਗੱਲ, ਨਮਸਤੰ ਦੀ ਗੱਲ ਇਸੇ ਕਰਕੇ ਕਰ ਰਹੇ ਨੇ ਕਿ ਮੈਂ ਪਰਮਾਤਮਾ ਤੈਨੂੰ ਨਮਸਕਾਰ ਕਰਨਾ ਵਾਂ। ਕਿਹਦੇ ਕਰਕੇ? ਨਮੋ ਜੁੱਧ ਜੁੱਧੇ। ਜਿੰਨੇ ਵੀ ਯੁੱਧ ਹੁੰਦੇ ਨੇ ਇਹ ਯੁੱਧਾਂ ਦਾ ਮਹਾਰਾਜ ਪਰਮਾਤਮਾ ਯੁੱਧਾਂ ਦੇ ਵੀ ਜੁੱਧੇ ਨੇ। ਕਿੰਨੇ ਹੀ ਸੰਸਾਰ ਵਿੱਚ ਯੁੱਧ ਹੋਏ ਨੇ, ਕੌਣ ਕਰਾ ਰਿਹਾ ਹੈ? ਕੋਈ ਬੰਦਾ ਨਹੀਂ ਕਰਦਾ। ਕੋਈ ਐਸਾ ਕਾਰਨ ਕੌਣ ਬਣਾਉਂਦਾ ਹੈ? ਉਹ ਪਰਮਾਤਮਾ ਬਣਾਉਂਦਾ ਹੈ। ਮਹਾਰਾਜ ਕਹਿੰਦੇ ਮੈਂ ਜਦੋਂ ਵੀ ਕੋਈ ਯੁੱਧ ਦੇਖਣਾ, ਦੇਖੋ ਮਹਾਰਾਜ ਨੇ 14 ਜੰਗਾਂ ਲੜੀਆਂ। ਇੱਥੋਂ ਇਹ ਵੀ ਸਾਬਤ ਹੁੰਦਾ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਮੈਂ ਉਸ ਯੁੱਧਾਂ ਨੂੰ ਵੀ ਨਮਸਕਾਰ ਕਰਨਾ ਵਾਂ। ਤੂੰ ਉਹਦੇ ਵਿੱਚ ਵੀ ਸ਼ਾਮਲ ਹੋ ਕੇ ਸ਼ਮੂਲੀਅਤ ਕਰਕੇ ਆਪ ਵਿੱਚ ਵਰਤ ਕੇ ਉਸ ਯੁੱਧ ਦਾ ਤੂੰ ਵੱਡਾ ਕਾਰਨ ਬਣਨਾ ਹੈ। ਵੱਡੇ ਵੱਡੇ ਯੁੱਧ ਮਹਾਭਾਰਤ ਵਰਗੇ ਹੋਏ, ਕਿੰਨੇ ਹੀ ਲੱਖਾਂ ਬੰਦੇ ਮਰ ਗਏ, ਪਰ ਉਹ ਯੁੱਧ ਨੂੰ ਵੀ ਵੇਖ ਕੇ ਮਾਰੇ ਗਏ ਤੂੰ ਤੇ ਵੱਡਾ ਯੁੱਧਾਂ ਦਾ ਵੀ ਯੁੱਧ ਹੈ, ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਨਮੋ ਗਿਆਨ ਗਿਆਨੇ। ਬੜੇ ਬੜੇ ਵੱਡੇ ਗਿਆਨੀ ਸੰਸਾਰ ਵਿੱਚ ਹਨ, ਬਹੁਤ ਗਿਆਨ ਹੈ, ਪਰ ਪਰਮਾਤਮਾ ਤੋਂ ਵੱਡਾ ਗਿਆਨੀ ਕੋਈ ਵੀ ਨਹੀਂ ਹੈ। ਪਰਮਾਤਮਾ ਸਭ ਤੋਂ ਵੱਡਾ ਗਿਆਨੀ ਹੈ, ਉਹਦੇ ਕੋਲ ਬਹੁਤ ਗਿਆਨ ਹੈ। ਬੰਦੇ ਦੀ ਸੀਮਾ ਜਿੱਥੇ ਗਿਆਨ ਦੀ ਖਤਮ ਹੁੰਦੀ ਹੈ ਉੱਥੇ ਪਰਮਾਤਮਾ ਦੀ ਗਿਆਨ ਦੀ ਸੀਮਾ ਸ਼ੁਰੂ ਹੁੰਦੀ ਹੈ। ਮੈਂ ਇੱਕ ਵਾਰੀ ਬੜੇ ਪਿਆਰ ਸਤਿਕਾਰਯੋਗ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਇੱਕ ਵਾਰੀ ਗੱਲ ਸੁਣ ਰਿਹਾ ਸਨ। ਕਹਿੰਦੇ ਨੇ ਅਸੀਂ ਕਿੰਨੇ ਵੱਡੇ ਵੱਡੇ ਗਿਆਨੀ ਦੇਖੇ ਦੇ ਨੇ ਨਾ, ਇਸ ਤਰ੍ਹਾਂ ਮਾਨੋ ਕਿ ਉਹਨਾਂ ਨੂੰ ਪਰਮਾਤਮਾ ਨੇ ਸਿਰਫ 2% ਹੀ ਗਿਆਨ ਦਿੱਤਾ ਹੈ। ਔਰ ਕਿੰਨੇ ਕਿੰਨੇ ਵੱਡੇ ਗਿਆਨਵਾਦ ਹੋਏ ਨੇ ਜਿਹੜੇ ਪਰਮਾਤਮਾ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਉਹ 1-2% ਵੀ ਨਹੀਂ ਪਹੁੰਚ ਸਕੇ। ਹਲੇ ਪਰਮਾਤਮਾ ਨੇ ਸਾਡੀ ਉਹ ਗਿਆਨ ਦਾ ਦਰਵਾਜ਼ਾ ਖੋਲ੍ਹਿਆ ਹੀ ਨਹੀਂ ਪੂਰਾ। ਇਹ ਜਿਹੜੀਆਂ ਅਸੀਂ ਤੁਸੀਂ ਗੱਲਾਂ ਕਰ ਰਹੇ ਹਾਂ ਨਾ, ਇਹ ਸੁਣੀ ਸੁਣਾਈ ਜਾਂ ਕੁਝ ਵੇਖੀ ਹੋਈ ਹੈ, ਪਰ ਜਦੋਂ ਪਰਮਾਤਮਾ ਇੱਕ ਗਿਆਨ ਦਾ ਜਦੋਂ ਦਰਵਾਜ਼ਾ ਖੋਲ੍ਹਦਾ ਨਾ, ਉਸ ਵੇਲੇ ਗਿਆਨਵਾਦ ਵੀ ਸੋਚਦਾ ਹੈ ਇਹੋ ਜਿਹੀ ਗਿਆਨ ਪਰਮਾਤਮਾ ਦਾ ਇੰਨਾ ਵੱਡਾ ਗਿਆਨ ਹੈ, ਪਰ ਪਰਮਾਤਮਾ ਕਿੰਨਾ ਵੱਡਾ ਗਿਆਨ ਹੋਏਗਾ ਜਿਹਦੇ ਕੋਲ ਇਤਨੇ ਸੂਝਵਾਨ ਉਸਨੇ ਪੈਦਾ ਕੀਤੇ। ਕਿਤਨੇ ਸਾਇੰਟਿਸਟ ਹੋਏ ਨੇ ਕਿ ਜਿਨ੍ਹਾਂ ਨੇ ਹਵਾਈ ਜਹਾਜ਼ ਬਣਾ ਦਿੱਤੇ, ਫੋਨ ਬਣਾ ਦਿੱਤੇ। ਹੁਣ ਤੁਸੀਂ ਕਿਤੇ ਅਸੀਂ ਕਿੱਥੇ, ਫੋਟੋ ਵੀ ਆ ਰਹੀ ਹੈ, ਛੋਟੇ ਹੁੰਦੇ ਸਾਂ ਅਤੇ
ਕਿਸੇ ਨਾਲ फ़ोन ਤੇ ਗੱਲ ਕਰਨੀ ਹੋਏ, ਟਰੰਕ ਕਾਲ ਬੁੱਕ ਕਰਾਉਣੀ, ਫਿਰ ਉੱਥੇ ਕਹਿਣਾ ਕਿ ਬਈ ਗੱਲ ਕਰਾ ਦਿਓ ਸਾਡੀ, ਫਿਰ ਉਹ ਉੱਥੋਂ ਦੀ ਟੈਲੀਫੋਨ ਐਕਸਚੇਂਜ ਤੋਂ ਗੱਲ ਹੁੰਦੀ ਸੀ। ਪਰ ਹੁਣ ਕਮਾਲ ਦੀ ਗੱਲ ਹੈ, ਹਜ਼ਾਰਾਂ ਕਿਲੋਮੀਟਰ ਅਸੀਂ ਦੂਰ ਭਰਾਵਾਂ ਭੈਣਾਂ ਤੋਂ ਬੈਠੇ ਹੁੰਦੇ ਹਾਂ, ਜਦੋਂ ਵੀ ਵੀਡੀਓ ਕਾਲ ਕਰਕੇ ਅਸੀਂ ਸੰਪਰਕ ਕਰ ਸਕਦੇ ਹਾਂ। ਇਹ ਕਿਤਨਾ ਗਿਆਨ ਹੈ ਲੋਕਾਂ ਕੋਲ, ਜਿੰਨਾ ਕਿ ਇਤਨੀ ਇਹ ਟੈਕਨੋਲੋਜੀ ਹੈ, ਪਰ ਇਹ ਸਮਝੋ ਕਿ ਕੁਛ ਵੀ ਨਹੀਂ ਹੈ ਪਰਮਾਤਮਾ ਨੂੰ। ਇਹ ਕੋਈ ਪਰਮਾਤਮਾ ਤੱਕ ਨਹੀਂ ਪਹੁੰਚ ਪਾਏ। ਅਸੀਂ ਕਿੰਨੀ ਵੱਡੀ ਤਰੱਕੀ ਸਮਝਦੇ ਹਾਂ। ਕੋਈ ਜਾ ਕੇ ਸੰਸਾਰ ਦੇ ਵਿੱਚ ਕਿੱਥੇ ਕਿੱਥੇ ਜਾ ਕੇ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਾ ਦਿੱਤੀਆਂ, ਈਵਨ ਸਮੁੰਦਰ ਦੇ ਅੰਦਰ ਜਾ ਕੇ ਰੇਲ ਬਣਾ ਦਿੱਤੀ। ਪਰ ਸਾਧ ਸੰਗਤ ਕਿੰਨਾ ਗਿਆਨ ਹੋਏਗਾ, ਪਰ ਇਹ ਸਮਝੋ ਕਿ ਪਰਮਾਤਮਾ ਤੋਂ ਵੱਡਾ ਗਿਆਨ ਕਿਹਦੇ ਕੋਲ ਹੋਏਗਾ। ਇੱਕ ਵਾਰੀ ਪਰਮਾਤਮਾ ਨੂੰ ਤੁਸੀਂ ਮਨ ਕਰਕੇ ਨਮਸਕਾਰ ਕਰੋਗੇ ਨਾ, ਉਹ ਗਿਆਨ ਤੁਹਾਨੂੰ ਘਰ ਬੈਠੇ ਹੀ ਮਿਲ ਜਾਏਗਾ। ਦੇਖੋ ਪੜ੍ਹਦੇ ਆ ਨਾ, ਇੱਕ ਬਾਣੀ ਸੁਣਨੇ ਆ, ਸੁਣਨ ਵਿੱਚ ਹੀ ਦੇਖੋ ਮਾਰੇ ਕਹਿੰਦੇ ਨੇ, ਸੁਣਿਆ ਸਤ ਸੰਤੋਖ ਗਿਆਨ। ਸੁਣਨ ਨਾਲ ਵੀ ਤੁਹਾਨੂੰ ਇਹ ਗਿਆਨ ਮਿਲਦਾ ਹੈ। ਸੁਣਿਆ ਈਸ਼ਰ ਬਰਮਾ ਇੰਦ, ਸੁਣਨ ਨਾਲ ਹੀ ਦੇਖੋ ਇਹ ਪਦਵੀਆਂ ਦਾ। ਹੁਣ ਕਈ ਵਾਰੀ ਬੰਦਾ, ਮੈਨੂੰ ਇੱਕ ਸਰੀਰ ਮਿਲਿਆ, ਕਹਿੰਦਾ ਵੀਰ ਜੀ ਗੱਲ ਦੱਸੋ। ਮਹਾਰਾਜ ਕਹਿੰਦੇ ਨੇ ਸੁਣਨ ਨਾਲ ਈਸ਼ਰ ਦੀ, ਬ੍ਰਹਮਾ ਦੀ, ਇੰਦਰ ਵਰਗਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਇਹ ਪਦਵੀਆਂ ਮਿਲ ਜਾਂਦੀਆਂ ਨੇ। ਮੈਂ ਕਿਹਾ ਨਹੀਂ, ਅਰਥ ਗਲਤ ਨਾ ਕਰੋ। ਦੇਖੋ ਈਸ਼ਰ ਬ੍ਰਹਮਾ ਕਹਿੰਦੇ ਨੇ ਬਾਣੀ ਵਿੱਚ ਤੇ ਲਿਖਿਆ ਹੈ, ਇਹ ਸਾਰੇ ਹੀ ਕਰਮਾਂ ਕਰਕੇ ਇਹ ਸੰਸਾਰ ਦੇ ਵਿੱਚ ਜੂਨੀਆਂ ਭੋਗ ਰਹੇ ਨੇ। ਤੇ ਮਹਾਰਾਜ ਕਹਿ ਰਹੇ ਨੇ ਜਿਹੜਾ ਸੁਣੇਗਾ ਉਹਨੂੰ ਇਹ ਪਦਵੀ ਪ੍ਰਾਪਤ ਹੋਏਗੀ। ਅਸੀਂ ਵੀ ਫਿਰ ਇਹ ਜੂਨਾਂ 'ਚ ਜਾਵਾਂਗੇ? ਨਹੀਂ ਸਾਧ ਸੰਗਤ, ਗੁਰੂ ਸਾਹਿਬ ਕਹਿੰਦੇ ਨੇ ਤੂੰ ਜੇ ਬਾਣੀ ਸੁਣੇਗਾ ਨਾ, ਸੁਣਿਆ ਈਸ਼ਰ ਬਰਮਾ ਇੰਦ, ਤੈਨੂੰ ਈਸ਼ਰ ਵਰਗੇ ਵੀ ਜਿਹੜੇ ਵੱਡੇ ਦੇਵਤੇ ਮੰਨੇ ਜਾਂਦੇ ਨੇ ਉਹਨਾਂ ਦਾ ਵੀ ਗਿਆਨ ਹੋ ਜਾਏਗਾ। ਬ੍ਰਹਮਾ ਵਰਗਿਆਂ ਦਾ ਵੀ ਤੈਨੂੰ ਗਿਆਨ ਹੋ ਜਾਏਗਾ। ਇਹ ਨਹੀਂ ਕਿ ਤੂੰ ਉਹ ਪਦਵੀ ਤੋਂ ਅਸੀਂ ਉੱਤੇ ਜਾਣਾ ਹੈ। ਮਹਾਰਾਜ ਸਾਨੂੰ ਕਿਸੇ ਦੇਵੀ ਦੇਵਤੇ ਦੇ ਨਾਲ ਨਹੀਂ ਜੋੜ ਰਹੇ, ਔਰ ਨਾ ਹੀ ਮਹਾਰਾਜ ਸਾਨੂੰ ਉਸ ਭਗਤੀ ਕਰਕੇ ਉਸ ਤੱਕ ਪਹੁੰਚਣ ਦੀ ਗੱਲ ਕਰ ਰਹੇ ਨੇ। ਉਸ ਦਾ ਗਿਆਨ ਹੋ ਜਾਏਗਾ। ਮਹਾਰਾਜ ਤੇ ਸਾਨੂੰ ਸਿਰਫ ਅਕਾਲ ਪੁਰਖ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਨੇ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਪਰਮਾਤਮਾ ਤੂੰ ਬਹੁਤ ਵੱਡਾ ਗਿਆਨੀ ਹੈ, ਤੇਰੇ ਵਰਗਾ ਗਿਆਨਵਾਨ ਸੰਸਾਰ ਵਿੱਚ ਕੋਈ ਵੀ ਨਹੀਂ ਹੈ। ਇਸ ਕਰ ਅਸੀਂ ਕੋਈ ਵੱਡਾ ਗਿਆਨੀ ਦੇਖਦੇ ਹਾਂ ਨਾ, ਅਸੀਂ ਸਮਝਦੇ ਹਾਂ ਇਸ ਬਹੁਤ ਇਹਨੂੰ ਪਹੁੰਚੇ, ਬਹੁਤ ਗਿਆਨ ਹੈ, ਠੀਕ ਹੈ। ਪਰ ਇਹ ਸੋਚ ਲੈਣਾ ਜੇ ਉਹਦੇ ਕੋਲ ਇੰਨਾ ਗਿਆਨ ਹੈ, ਤਾਂ ਪਰਮਾਤਮਾ ਜਿਹਨੇ ਇਸ ਨੂੰ ਗਿਆਨ ਦਾ ਉਹ ਰੁਤਬਾ ਦਿੱਤਾ ਹੈ, ਪਰਮਾਤਮਾ ਕੋਲ ਕਿਤਨਾ ਹੋਏਗਾ। ਤਾਂ ਮਹਾਰਾਜ ਕਹਿੰਦੇ ਨੇ ਮੈਂ ਸਾਰੇ ਗਿਆਨਵਾਦ ਵੇਖਣ ਤੋਂ ਬਾਅਦ ਇਹ ਮੈਂ ਤੱਤ ਕੱਢਿਆ ਹੈ ਕਿ ਤੇਰੇ ਤੋਂ ਵੱਡਾ ਕੋਈ ਗਿਆਨੀ ਨਹੀਂ ਹੈ। ਤੂੰ ਗਿਆਨੇ ਗਿਆਨਾਂ ਦਾ ਵੀ ਗਿਆਨ ਹੈ। ਮੈਂ ਤੈਨੂੰ ਨਮਸਕਾਰ ਕਰਨਾ। ਨਮੋ ਭੋਜ ਭੋਜੇ, ਹੇ ਪਰਮਾਤਮਾ ਸਭ ਭੋਜਨਾਂ ਵਿੱਚ ਭੋਜਨ ਜਿਹੜਾ ਅਸੀਂ ਲੰਗਰ ਛਕਨੇ ਆ ਉਹ ਆਪ ਹੀ ਹੈ। ਭੋਜਨ ਕਿਹਨੇ ਬਣਾਇਆ? ਨਾ ਮੈਂ ਬਣਾਇਆ, ਨਾ ਤੁਸੀਂ ਬਣਾਇਆ। ਇਹ ਸਭ ਕੁਛ ਧਰਤੀ ਜਦੋਂ ਸਾਜੀ ਨਾ ਮਹਾਰਾਜ ਨੇ, ਪਰਮਾਤਮਾ ਨੇ, ਉਦੋਂ ਵੀ ਸਾਨੂੰ ਰਹਿਣ ਦਾ, ਸਾਡੇ ਸੌਣ ਦਾ, ਸਾਡੇ ਖਾਣ ਦਾ ਸਾਰਾ ਅਰੇਂਜਮੈਂਟ ਪਰਮਾਤਮਾ ਨੇ ਕੀਤਾ। ਹੁਣੇ ਪੜ੍ਹਿਆ ਜਪਜੀ ਸਾਹਿਬ ਵਿੱਚ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਇਹ ਸਾਰਾ ਭੋਜਨ ਜੋ ਤੁਸੀਂ ਛਕ ਰਹੇ ਹੋ, ਇਹ ਸਭ ਪਰਮਾਤਮਾ ਦੀ ਦੇਣ ਹੈ। ਤਾਂ ਹੀ ਮਹਾਰਾਜ ਨੇ ਕਿਹਾ ਨਾ, ਜਦੋਂ ਭੋਜਨ ਛਕੋ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਏ, ਕੀ ਕਰਨਾ ਹੈ? ਤਿਸ ਠਾकुर को रख मन माए। क्यों? क्योंकि भोजन किने दिता है? परमात्मा ने। महाराज कहते ने तू सब तो वड्डा भोज भोजेवें। पर असी इतने किरतकाना 36 प्रकार के भोजन खांदियां भी घरों उलामा दे देने कि अज ये सब्जी की बनाई है, ये की बनाया है। पर जे तेरी ध्यान परमात्मा वाल होएगा, तू कहेगा परमात्मा शुक्र है, अज अपने खजानिਆਂ ਵਿੱਚੋਂ
इस गरीब नूं ये झोली विच पाई है तेरा शुक्र है, ये भोजन दिता ही शुक्र है। कई ऐसे भी ने जिहड़े लून ला के रोटी खा के गुजारा करते हैं। जदों तेरे अगे थाल सज के आए ना, तो उस वेले तिस ठाकुर को रख मन माहे, तदों उस ठाकुर नूं मन दे विच याद कर लिया कर। परमात्मा तेरा शुक्र है। कई भुखे भी सो सकते हैं, पर परमात्मा तू मैनूं जिहड़ा भोजन दिता है, मैं भोजन वेख के ही गुरु साहब कहंदे ने उहदे नाल जुड़ जा भाई। असी ते इतने इतने सोहणे मकानां विच रह के सोहणे वस्त्र पा के नहीं जुड़े। गुरु साहब कहंदे ने भोजन की थाली आए ना, एक बारी सीस झुका दिया कर ते आख दिया कर सतनाम श्री वाहिगुरू। तो महाराज कहंदे ने तू भोज भोजे, तू सब भोजनां दा भी भोजन वड्डा भोजे में। तेरे भंडार ऐसे ने, साडे भंडार मुक जाते हैं, परमात्मा तेरे भंडार मुकण वाले नहीं ने। तू कीड़ी तो लैके हाथी तक सब जीवां नूं रोजी रोटी देंदा पिया है। नानक चिंता मत करो, चिंता तिस ही है, जल में जंतु पायन तिना पी रोजी दे। देखो कित्थे कित्थे रोजी देंदा है। ऊडे उड़ावे सह कोसा, तिस पाछे बछरे चरिया, तिन कवण खलावे कवण चुगावे। ਜਿਹੜੇ ਉਹ ਕੁੰਜ ਉੱਡ ਕੇ ਦੂਜੇ ਦੇਸ਼ਾਂ ਤੋਂ, ਆਸਟ੍ਰੇਲੀਆ ਵਰਗੀ ਕੰਟਰੀਆਂ ਤੋਂ ਠੰਡ ਪੈਂਦੀ ਹੈ, ਉੱਡ ਕੇ ਦਰੇਸ਼ੀਆ ਵਿੱਚ ਆ ਜਾਂਦੇ ਨੇ, ਭਾਰਤ ਵਿੱਚ, ਲੰਕਾ ਵਿੱਚ, ਪਾਕਿਸਤਾਨ ਵਿੱਚ। ਅਤੇ ਉਹਨਾਂ ਦੇ ਬੱਚੇ ਜਿਹੜੇ ਉੱਥੇ ਨੇ, ਉੱਡਣੀ ਉਡਾਰੀ ਨਹੀਂ ਭਰ ਸਕਦੇ। ਤਿੰਨ ਕਵਣ ਖਿਲਾਵੇ, ਉਹਨਾਂ ਨੂੰ ਕੌਣ ਖਿਲਾ ਰਿਹਾ? ਤਿੰਨ ਕਵਣ ਚੁਗਾਵੇ, ਉਹਨੂੰ ਕੌਣ ਦੇ ਰਿਹਾ ਚੋਗਾ? ਮਹਾਰਾਜ ਕਹਿੰਦੇ ਨੇ ਉਹ ਤੂੰ ਹੀ ਦੇ ਰਿਹਾ। ਮਨ ਮੇ ਸਿਮਰਨ ਕਰਿਆ, ਜਦੋਂ ਤੂੰ ਉਹਨੂੰ ਯਾਦ ਕੀਤਾ उस माँ ने कि मेरे बच्चे तो उत्थे रह गए, फिर माँ जो चोगा चुगदी है, कुछ छकदी है, वो बच्चों को आटोमैटिकली वो बच्चों को प्राप्त होता है। जदों तुसी याद करो ना, कई बारी मावां सोचदियां ने बच्चा परदेश विच है तो पता नहीं किस तरह चल रही होएगी। मावां दा ते हिरदा ये गल वखरी है कि बच्चे नहीं याद करते। मैं कई बारी विचारां विच एक गल जरूर करना, चलो विच आई ये गल तो मैं सांझ कर ला। बच्चा बीमार होए ना, माँ सारी रात नहीं जे सौंदी जे। तुसी भी मावां बैठियां हो, भैणां बैठियां हो, नहीं सौंदे। पर जदों माँ बीमार हुंदी है ना, तो असी दवाई दे के आप सो जाने। माँ सवेरे वेखी रात कढ़ लै, उन्हें आखे कोई डॉक्टर नहीं मिलना, यही गल हुंदी है ना। तो माँ का हिरदा बड़ा विशाल है। यही हालत साडी उस परमात्मा दे नाल है। असीं उहदी दित्तां दातां नूं हंडाने जरूर हाँ, भोजन छकने हाँ, पर उहदा कदी शुकराना नहीं कीता। गुरु साहब कहंदे ने वो सब तो वड्डा भोज भोजे वे नमो पान पाने। विद्वानां ने पान दा हत्थ भी कीता है, पर इत्थे जिहड़ी गल टुक रही है वो टुकदी है वाटर, पानी, ड्रिंकिंग वाटर कह लो। जितने भी तुसी तरल पदार्थ वो पान पाने, कदी कोल्ड ड्रिंक पियो, पानी पियो। हुण गर्मियां दे दिन ने, पानी अगे आवे, प्यास लगी होवे तो बंदा किस तरह पानी पींदा है? जे प्रसाद पीवे शीतल जला। अगर जदों ठंडा पानी पींदे हो प्यास बुझदी है ना, सिखा जे तू अकिरत कन ना होवें तो पहला पानी पीण तो पहला उस परमात्मा नूं याद कर। कई वारी बंदा रेगिस्तान विच, मूरथल विच जांदा है, फस जांदा है, उहदे कोलों पानी की कीमत पुछो कि एक बूंद पानी की कितनी कीमत है। कोई दुश्मन, भाई कन्हैयावाल जी बिरती लै लो, जदों भरे जंग विच, उस जंगे मैदान विच पानी नाल हाय हाय कर रहे सन, तो उस वेले भाई कन्हैया जी अपनी मशक विचों पानी उसनूं पिला रहे हैं। कहण तो मुराद ये वे, भोजन आवे, जल छको, लस्सी छकदे हो, कोल्ड ड्रिंक पींदे हो ना, किवें असीं पी जाने, किन्ने शीतल महंगे महंगे पदार्थ पी जाने। कई ऐसे भी ने 5-5 हज़ार की बोतल पानी वो पींदे ने अपने लाइफ विच। मैं बड़े बंदियां दा जदों हिस्टरी पढ़ी दी, जे ध्यान होवे ना परमात्मा वाल, परमात्मा शुक्र है
मेरे ये जिहड़ी प्यास लगी सी तू बुझाइए, उस वेले तेरे मुख तो वाहिगुरू निकल जाए। तो महाराज कहते ने नमो पान पाने, जदों मैं ये वाले लिक्विड ड्रिंकिंग वाटर वगैरह देखना वा ना सारे, उदों मैं तेनू नमस्कार करता वा। तो प्यारिओ हुण वैसे भी गर्मी है, जिन्नी वारी पानी पीओ एक बारी मुख तो जरूर वाहिगुरू कह दिया करो। तो महाराज उस पानी वाल वेख के भी देखो उस परमात्मा नू नमस्कार। हुण इत्थे ये ना सोचना गुरु साहब गहराई च जाओ तो जल दे नाल सानू जोड़ रहे हैं, इत्थे ये भी ना सोच लेना जल नू कित्थे देवता ना मान लेना। कई गल्लां विचों निकलदियां ने, ध्यान देना, कई सूरज नू, कई जल नू, कई देखना जमुना ते नदी ते खड़े होके माया सुटदे ने। मैं किसी की निंदा नहीं है, पर गुरु साहब ने सानू इस तरह की कोई भी किसी भी ये तत्तां दे नाल जुड़न की नहीं सानू हिदायत की, ना पानी नाल ना अग नाल। तां ही सिख धर्म देखो गुरु नानक पातशाह का जदों आनंद कारज होना सी ना, तो जिथे बरात गई तो उत्थे की सी, उत्थे यही तो सी कि उन्होंने वेदी दे फेरे भाव कि अग बाल के ते महाराज वास्ते वो मंडप तैयार किया सी। तो महाराज कहते नहीं, मैं किसी अग का पुजारी नहीं हाँ, मैं किसी तत्त का पुजारी नहीं हाँ। ध्यान देना, गुरु साहब ने किसी भी सानू जड़ जूनी नाल जुड़न की हिदायत नहीं की। नमस्कार उसनू करो जिसने इन्होंने बनाया है। तो हुण जवाई सन, बनन जा रहे सन गुरु नानक पातशाह। तो उन्होंने पूछा फिर नानक जी दसो किस तरह करने ने फेरे, आनंद कारज तो करने ने ना। महाराज कहते ने ये काम नहीं होएगा, असी इनू अग नू साक्षी मान के नहीं, अग तो आप जूना विच, अग का तो सुभाव ही कई बारी बड़ा भैड़ा है। भावें ठीक है सानू अग साडे पाकशाला विच साडी किचन दे विच अग चंगा काम करदी है, पर किथे अग लग जाए तो कईयां नू राख भी कर दिंदी है। जंगलों में अग लगती है, किन्ने ही वनस्पति खराब कर देंदी है। असी उदाहरण भी आम तौर पर दिती है, इस घर विच ते अग लगी हुई है कहने ना, ते अग भी जिहड़ा कोई अग दे नाल जुड़ेगा उहदा जिहड़ा कर्म है, उहदा गुण है, जिहड़ा अवगुण है, उहनूं भी फिर सानू समेटना पेगा। गुरु साहब अग दे नाल नहीं जुड़न दे नाल कह रहे, गुरु साहब कहंदे ने फिर उन्हां दे सोहरे परिवार ने पूछया तो महाराज ने फिर जो इतिहास है एक पीढ़ी मंगवाई, पीड़ा साहब छोटा, तो महाराज ने अपने हथी मूल मंत्र लिख के तो उसके उत्ते रख के उहदी परिक्रमा की, क्योंकि उत्ते ग्रंथ तैयार नहीं सी उस वेले। कहण तो भाव कि बाणी नूं, शबद दा अज जिहड़े आनंद कारज हुंदे ने, गुरु रामदास पातशाह की बाणी पढ़ने आ ते आनंद कारज हुंदे ने ना, ते असीं अज भी बाणी दे फेरे लैने आ, क्योंकि वो सदा कायम रहन वाली बाणी है। तो महाराज कहंदे ने हे परमात्मा तुसी नमो पान पाने, तुसी तरल पदार्थ पानी नूं वेख के भी तुसी परमात्मा नाल जुड़ जाओ। गर्मियां दे दिन ने कि जिन्नी वारी पानी पियो मुखों वाहिगुरू वाहिगुरू कहो। शुक्र है महाराज तेरा शुक्र है। नमो कलह करता, कलह कलेश, कई घर बैठे ही 5-7 बंदे बैठे घर दे आपस जी झगड़ा नहीं हो जाता, चंगे भले बैठे होंदे ने, कोई गल छिड़दी लड़ हो जाती। ते कलेश कौन करता है? और कोई नहीं करता, ये रब ही है। सियाणे कहते ने यही जड़ भी यही हुई है, सब कलेशां दे विच रब ही वरत रहा है। उहदे भाणे विच कलेश हुंदे ने, वड्डे वड्डे युद्ध क्यों हो जाते हैं, कलह क्यों हो जाते हैं? कौन करता है? परमात्मा। दो भरा लड़ पैंदे ने, कलेश हुंदा है, वो कौन कर रहा है? वो परमात्मा कर रहा है। गुरु साहब कहते मैं जब इस एंगल तो वेखना वा, मैं दिलों नमस्कार निकलती है। देखो गुरु साहब की सोच कितनी पॉजिटिव है कि जदों बंदा
मैं कई बार वेखना तरकालां वेला हुंदा ना, समझने ना तरकालां वेला, क्योंकि पंजाब विच ज़्यादा इस वर्ड नूं यूज़ करते हैं, दिल्ली साडे च इत्थे घट। तरकालां हुंदा जिहड़ा शाम ढल रही होवे ते रात आ रही होवे, अंदर बाहर दा दिन, तरकालां वेला। ਜਦੋਂ ਹਰਨਾਕਸ਼ ਨੂੰ ਮਾਰਿਆ ਸੀ ਜਿਵੇਂ, ਉਹ ਤਰਕਾਲਾਂ ਵੇਲਾ ਸੀ। ਉਹ ਕਹਿੰਦਾ ਨਾ ਰਾਤ ਹੋਵੇ ਨਾ ਦਿਨ ਹੋਵੇ, ਉਹਨੂੰ ਤਰਕਾਲਾਂ ਵੇਲਾ ਕਹਿੰਦੇ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਪਰਮਾਤਮਾ, ਤੁਸੀਂ ਸੰਧਿਆ ਸਮੇਂ ਦੇਖੋ ਘਰ ਵਿੱਚ ਕਈ ਵਾਰੀ ਕਲੇਸ਼ ਹੋ ਜਾਂਦੇ ਨੇ, ਬੱਚੇ ਛਿੜ ਜਾਂਦੇ ਨੇ, ਤਾਂ ਬੱਚੇ ਛਿੜਦੇ ਨੇ, ਕਈ ਵਾਰੀ ਘਰ ਵਾਲੇ ਆਪਸ ਵਿੱਚ ਹੀ ਲੜ ਪੈਂਦੇ ਨੇ। ਮੈਂ ਕਹਿੰਦਾ ਸ਼ੁਕਰ ਹੈ ਗੁਰੂ ਸਾਹਿਬ ਦਾ ਕਿ ਇਹ ਕਲੇ ਜਿਹੜੇ ਨੇ ਮਹਾਰਾਜ ਨੇ ਸਾਨੂੰ ਸੰਧਿਆ ਸਮੇਂ ਸੋਦਰ ਦਾ ਚੌਂਕੀ ਦਿੱਤੀ ਹੈ, ਤਾਂ ਕਿ ਇਹ ਕਲੇਸ਼ ਕਦੀ ਹੋਣ ਹੀ ਨਾ। ਸੰਧਿਆ ਤੋਂ ਹੀ, ਤਰਕਾਲਾਂ ਤੋਂ ਹੀ ਇਹ ਕੰਮ ਸ਼ੁਰੂ ਹੁੰਦੇ ਨੇ। ਪਰ ਮਹਾਰਾਜ ਕਹਿੰਦੇ ਨੇ ਜਦੋਂ ਪਰਮਾਤਮਾ ਤੇਰੇ ਵੱਲ ਵੇਖਣਾ, ਸਾਰੇ ਕਲੇਸ਼ ਵੇਖਣਾ ਵਾ, ਇਹਦਾ ਕਰਤਾ ਕੌਣ ਹੈ? ਨਮੋ ਕਲੈ ਕਰਤਾ, ਉਹ ਪਰਮਾਤਮਾ ਹੈ। ਔਰ ਦੇਖੋ ਕਲੇਸ਼ ਵਿੱਚ ਵੀ ਗੁਰੂ ਸਾਹਿਬ ਉਸ ਪਰਮਾਤਮਾ ਨੂੰ ਯਾਦ ਕਰ ਰਹੇ, ਨਮਸਕਾਰ ਕਰ ਰਹੇ ਨੇ। ਨਮੋ ਸ਼ਾਂਤ ਰੂਪੇ, ਕਈ ਬਿਲਕੁਲ ਸ਼ਾਂਤ ਹੁੰਦੇ ਨੇ, ਕੁਛ ਵੀ ਹੋ ਜਾਏ, ਪਹਾੜਾਂ ਵਰਗੇ ਦੁੱਖ ਆ ਜਾਣ, ਕਾਲੇ ਨਹੀਂ ਪੈਂਦੇ। ਤੇ ਕਈ ਇੰਨੀ ਜਿਹੀ ਚੋਟ ਲੱਗ ਜਾਏ ਤੇ ਸਾਰਾ ਸਿਰ, ਘਰ ਸਿਰ ਤੇ ਚੱਕ ਕੇ ਲੈਂਦੇ ਨੇ। ਇਹੀ ਹੁੰਦਾ ਨਾ, ਕਹਿੰਦੇ ਜਦੋਂ ਮੈਂ ਸ਼ਾਂਤ ਰੂਪ ਦੇਖਣਾ ਪਰਮਾਤਮਾ, ਉਹ ਵੀ ਇੱਕ ਤੇਰਾ ਰੂਪ ਹੈ, ਤੂੰ ਸ਼ਾਂਤ ਅਡੋਲ। ਜਦੋਂ ਤੱਤੀ ਤਵੀ ਤੇ ਬੜਾਏ ਤੁਸੀਂ, ਤਦ ਵੀ ਸ਼ਾਂਤ ਸੀ। ਕਿੰਨੇ ਸ਼ਾਂਤ ਸੀ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ। ਹਾਲਾਂਕਿ ਜਿਹੜੇ ਤੱਤੀ ਤਵੀ ਤੇ ਬਿਠਾ ਰਹੇ ਸਨ, ਉਹ ਵੇਖ ਕੇ ਆਪ ਡਰ ਗਏ, ਉਹ ਅਸ਼ਾਂਤ ਸਨ, ਉਹਨਾਂ ਦਾ ਹਿਰਦਾ ਸ਼ਾਂਤ ਨਹੀਂ ਸੀ। ਪਰ ਗੁਰੂ ਸਾਹਿਬ ਆਪ ਅਡੋਲ। ਦੇਖੋ ਤੁਸੀਂ ਭੈਣਾਂ ਮੇਰੀਆਂ ਬੈਠੀਆਂ ਹੋ, ਕਿਚਨ ਦਾ ਕੰਮ ਕਰਦੇ ਹੋ, ਕਦੀ ਤੁਹਾਨੂੰ ਗਰਮ ਤਵੇ ਦਾ ਤੁਹਾਡੇ ਹੱਥ 'ਤੇ ਲੱਗ ਜਾਏ, ਕਿਤਨੀ ਚਿਰ ਦਰਦ ਹੁੰਦੀ ਹੈ। ਔਰ ਕਿਸੇ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ ਜਾਵੇ, ਔਰ ਗਰਮੀ, ਮਈ ਜੂਨ ਦਾ ਮਹੀਨਾ ਹੋਵੇ, ਉਸ ਵੇਲੇ ਗਰਮੀ ਬੜੀ ਪੈਂਦੀ ਸੀ, ਉੱਤੋਂ ਰੇਤਾ ਗਰਮ ਪਾ ਰਹੀ ਹੋਵੇ, ਫਿਰ ਮੋਲ ਵੀ ਤੱਤਾ ਹੋਵੇ ਸਾਰਾ। ਪਰ ਗੁਰੂ ਅਰਜਨ ਦੇਵ ਮੇਰੇ ਸੱਚੇ ਪਿਤਾ, ਤੁਸੀਂ ਉੱਥੇ ਵੀ ਸ਼ਾਂਤ ਸੀ। ਇਹ ਕੀ ਹੈ? ਇਹ ਵੀ ਇੱਕ ਪਰਮਾਤਮਾ ਦਾ ਰੂਪ ਹੈ। ਤੇ ਕਿੱਥੇ ਫਿਰ ਕਿਰਪਾਨ ਚੁੱਕਣੀ ਪਈ, ਸ੍ਰੀ ਸਾਹਿਬ ਚੁੱਕਣੀ ਪਈ, ਉੱਥੇ ਵੀ ਫਿਰ ਮਹਾਰਾਜ ਪਿੱਛੇ ਨਹੀਂ ਹਟੇ, ਫਿਰ ਜੰਗਾਂ ਲੜ ਕੇ ਵੀ ਉਸ ਜਿੱਤ ਨੂੰ ਪ੍ਰਾਪਤ ਕੀਤਾ, ਪਰ ਅਡੋਲ ਸ਼ਾਂਤ। हे परमात्मा, नमो शांत रूपे, तेरा रूप देख के शांत मैं नमस्कार करना। कलंकार रूपे, कलंकार, कलंक तो रहत हो। दुनिया का हर एक जीव कलंक दे नाल भरिया है। ਜਿਹੜੇ सूरज ਨੂੰ भी पूजते ना, ਉਹਨੂੰ भी एक बारी कलंक तो ध्यान नाल देखो, ਉਹਨੂੰ भी कलंक लग्या होया है। चंद्रमा ਨੂੰ ਜਿਹੜੇ पूजते ने, कलंक तो ਉਹਨੂੰ भी लग्या है। ਗੁਰੂ ਸਾਹਿਬ ਕਹਿੰਦੇ ਨੇ ਮੈਂ ਇਹ ਸਾਰਾ ਸੰਸਾਰ ਦੇਖਣ ਤੋਂ ਬਾਅਦ ਮੈਨੂੰ ਤੇ ਕੋਈ ਨਜ਼ਰ ਹੀ ਨਹੀਂ ਆਇਆ ਕਲੰਕ ਤੋਂ ਬਿਨਾ। ਤੁਸੀਂ ਕਲੰਕਾਰ ਰੂਪੇ, ਤੁਸੀਂ ਕਲੰਕ ਤੋਂ ਰਹਿਤ ਹੋ। ਤੁਹਾਡਾ ਕਿਸੇ ਤਰ੍ਹਾਂ ਦਾ ਪਰਮਾਤਮਾ ਤੁਹਾਡੇ ਉੱਤੇ ਕਲੰਕ ਨਹੀਂ ਹੈ। ਤੁਸੀਂ, ਮੈਂ ਸਭ ਦੇਖੋ ਕਿਤੇ ਨਾ ਕਿਤੇ ਅਸੀਂ ਪਾਪ ਕਮਾਇਆ ਹੋਇਆ ਹੈ। ਕੋਈ ਵੀ ਆਪਣੀ ਝਾਤ ਮਾਰੋ, ਠੀਕ ਹੈ, ਅਸੀਂ ਉਜਾਗਰ ਨਹੀਂ ਕਰਦੇ, ਅਸੀਂ ਚੰਗਿਆਈਆਂ ਉਜਾਗਰ ਕਰਨੇ ਆ, ਸਟੇਜਾਂ 'ਤੇ ਖੜਾ ਹੋ ਕੇ ਆਪਣੀਆਂ ਵਡਿਆਈਆਂ ਦੱਸਣੇ ਆ, ਇਹੀ ਗੱਲ ਹੈ ਨਾ। ਪਰ ਕੋਈ ਵਿਰਲਾ ਹੀ ਹੈ ਜਿਹੜਾ ਆਪਣੇ ਔਗਣਾਂ ਨੂੰ ਸੰਸਾਰ ਵਿੱਚ ਪ੍ਰਗਟ ਕਰਦਾ ਹੈ, ਪਰ ਉਹ ਕੋਈ ਵਿਰਲਾ ਹੀ ਹੈ। ਪਰਮਾਤਮਾ ਤੁਸੀਂ ਆਪ ਕਲੰਕਾਰ ਰੂਪ ਹੋ, ਤੁਹਾਡਾ ਤੇ ਕੋਈ ਕਲੰਕ ਨਹੀਂ ਹੈ, ਤੁਹਾਡੇ ਤੇ ਕੋਈ ਦਾਗ ਨਹੀਂ ਹੈ, ਤੁਸੀਂ ਬਿਲਕੁਲ ਪਾਕ ਹੋ, ਸਾਫ ਹੋ। ਨਮੋ ਕਲੰਕਾਰ ਰੂਪੇ ਅਲੰਕਾਰ ਅਲੰਕੇ। हे ਪਰਮਾਤਮਾ, ਤੁਸੀਂ ਆਪ ਸ਼ਿੰਗਾਰਾਂ ਦੇ ਸ਼ਿੰਗਾਰ ਹੋ। ਅਲੰਕਾਰ, ਸਭ ਤੋਂ ਵੱਡੇ ਸ਼ਿੰਗਾਰ ਪਰਮਾਤਮਾ ਹੈ, ਉਸ ਤੋਂ ਵੱਡਾ ਕੋਈ ਸ਼ਿੰਗਾਰ ਰੂਪ ਨਹੀਂ ਹੈ। हे ਪਰਮਾਤਮਾ, ਨਮੋ ਆਸ ਆਸੇ,
सब दी आस तू ही है। कदी किसी को कुछ हो जाए, सब तेरे ते आस ही रखते हैं। हुण देखो, कल भैन जी गवनीत कौर जी का ऑपरेशन हुआ, सारे जानू हो। और अच्छी गल है लगी कि सब ने आस एक परमात्मा ते रखी। सबना की तू आस है मेरे शाह, तू सारियां दी आस है। दसो, ਉਹਦੀ आस तो बगैर तुसी कोई आस दूजी फड़ लो, ਤੁਹਾਨੂੰ पूरी नहीं होएगी कदी। पर जदों तुसी ਉਹਦੀ आस फड़ोगे, क्योंकि वो आस आसे, वो आसां दी भी आसां ने, ਉਹਨੂੰ कोई याद तो करे। मैं अक्सर बेनती करना, भाई रणधीर सिंह जी किसी अपने वीर नूं, मित्र नूं हॉस्पिटल देखण गए तो परिवार कहते जी हुणे ही ऑपरेशन वास्ते लैके गए ने, हुण ऑपरेशन अंदर हो रहा है। भाई वीर सिंह अपने सेवकों के नाल सन, गुरमुख राइटर होए ने, ते बैठ गए उत्थे हॉस्पिटल विच, संगत नाल सी, पाठ श्री सुमनी साहब का आरंभ करता। उत्थे अंदर ऑपरेशन हो रहा है, जिहड़ा ऑपरेशन घंटे च होना सी 4 घंटे लग गए। हुण 4 घंटे बाद पिछे बाणी चढ़ रही है। आस सी ना, तो जे कोई होर हुंदा, होर वड्डा डॉक्टर लियाओ, होर मैं पैसे ला दांगा, सब कुछ कर दांगा। पर जदों आस टुट जाए, जदों आस टुट जाए, फिर बंदा कित्थे भजदा है। द्रौपदी क्यों गई सी? सारियां कोल गई सी ना, जिन्ना जिन्ना ते आस सी। पर जिहड़े बाणी पढ़ते हैं, वो कोई दुख आए, वो पहला ही, उन्होंने पहले ही प्रिपेयर होए होंदे ने। मैं एक बीबी दे घर गया, मैं गल विचों साझ कर रहा, उस बीबी दे घर पाठ दी ना जपजी साहब की लड़ी चल रही सी। तो मैं सुभावक पूछ लिया, मैं क्या भैन जी ये लड़ी जपजी साहब की तुसीं कहंदे घर चलती रहती है। असी जदों हुंदा ना, जिहड़ा परिवार का जी खाली हुंदा सी, जपजी साहब का पाठ करन लग पैंदे। तो मैं अगली गल सुनो, तुसीं हैरान हो जाओगे। मैं क्या अच्छा जी। तो मैं सोचा कोई घर ही दुख होना है, साड़ी एक आदत है, असी रुपया उदों ही तुड़ाने जदों काम लोड़ पवे, एवं हुंदा ना। जदों दुख आंदा है उदों ही असी बाणी पढ़ने। मैं नहीं समझदा जिहड़ी कल संगतां ने इन्नी बाणी पढ़ लई, असी कंटीन्यू करते पढ़ते होंने आ। काम परे तो सिमरिया जाए, जदों काम पैंदा तां ही सिमरने। मैं उस बीबी की गल सुन के हैरान हो गया, जिहड़ी उन्हें अगों गल कही। कहंदे ने वीर जी मेरी बच्ची ना 5 साल की है, असी उहदे भविख वास्ते कि एदी जदों मैरिज होनी है तो गुरसिख दे घर होवे, ते ये हमेशा गुरसिखी जीवन च रहे। मैं क्या देखो, हुण साडे ते बीमारी आई तो असी तद सिमरिया ना, मैनूं खिमा कर देना, तां ही सिमरिया ना। तो जे साडे कोल पहलां ही इन्ना खजाना बाणी दा पिया हुंदा, असी घर पहलां ही अपने बच्चों वास्ते, हुण सारे सियाणे बैठे हो, सब ने FDR कुछ कराया होना ना बच्चों वास्ते। काहदे वास्ते? कि मेरा बच्चा वड्डा होएगा तो उस वास्ते मैं, मेरी कुड़ी जवान होएगी, मैं विआह किवें करांगा। यही हुंदा ना, सारे बच्चे कहंदे ना पैदा होवे उदों ही फिकर माँ प्यो नूं लग जांदा है, लगदा है ना। तो जे सानूं, क्योंकि सानूं यह पता कि माया बगैर साढ़े कारज नहीं होने, तो एक गल यह भी रख लै, गुरु की मेहर बगैर भी वो कारज नहीं होने नहीं। तो गुरु की मेहर वास्ते तैनूं बाणी का स्टॉक करना पेगा। जे तू बच्चे की बाणी पहले ही पढ़ी होएगी तो गुरु अंग संग सहाई होकर उस कारज को करेगा नहीं, करेगा। जे तैनूं माया की फिक्र है, माया जोड़ के उस बच्ची के आनंद कारज करना वे कि मेरी बच्ची जवान हो गई है, तो जिहड़े भगत कबीर जी वर्गे उन्होंने माया नूं नहीं जोड़िया, उन्होंने रब के नाम नूं कट्ठा, ये धन सार जिहड़ा कट्ठा करना सी धन, और उस धन नूं कट्ठा कर लिया। तो जदों मर्जी कैश कर लो, खावें खर्चे रल मिल पाई, तोट ना आवे बद दो जाई। जदों तुसी हुण ग्रुप बने, तुसी बाणी का खजाना इन्ना कट्ठा कर लो, तो जदों कैश करना कर लो। किसी के घर दुख आए जी, जी ये 500 पाठ कढ़ के दे दो, इन्ना सत्संग दे दो।
ਉਹ ਬੱਚੀ ਮੈਨੂੰ ਕਹਿੰਦੀ, ਬੀਬੀ ਕਹਿੰਦੀ ਏ, ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਉਹਦੇ ਭਵਿੱਖ ਦੇ ਵਿੱਚ ਉਹਨੂੰ ਕੋਈ ਪਰੇਸ਼ਾਨੀ ਨਾ ਆਵੇ, ਦੁੱਖ ਨਾ ਆਵੇ। ਅਤੇ ਕੀ ਹੈ ਕਿ ਬਾਣੀ ਵਾੜ ਲਾ ਦਿੱਤੀ ਹੈ, ਕਿਉਂਕਿ ਜਦੋਂ ਤੁਸੀਂ ਖੇਤੀ ਕਰਦੇ ਹੋ ਨਾ, ਖਰਪਤਵਾਰ ਹੁੰਦੀ ਹੈ, ਉਹਦੇ ਵਾਸਤੇ ਵਾੜ ਲਾਣੀ ਪੈਂਦੀ ਹੈ, ਜਾਂ ਕੋਈ ਬਾਹਰ ਦਾ ਕੋਈ ਪਸ਼ੂ ਪਕਸ਼ੀ ਆ ਕੇ ਉਸ ਨੂੰ ਖਰਾਬ ਨਾ ਕਰਦੇ। ਅਤੇ ਬਾਣੀ ਇੱਕ ਵਾੜ ਹੈ ਜੋ ਦੁੱਖਾਂ ਨੂੰ ਤਾਤੀ ਵਾਉਣ ਲੱਗੇ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲਗੇ ਨਾ ਪਾਈ। ਤੋ ਭਾਈ ਰਣਧੀਰ ਸਿੰਘ ਜੀ ਨੇ ਪਾਠ ਕਰਨੇ ਸ਼ੁਰੂ ਕਰਤੇ। 4 ਘੰਟੇ ਬਾਅਦ ਡਾਕਟਰ ਸਾਹਿਬ ਬਾਹਰ ਆਏ, ਅਤੇ ਜਿਸ ਤਰ੍ਹਾਂ ਆ ਕੇ ਰਣਧੀਰ ਸਿੰਘ ਜੀ ਨਾਲ ਗੱਲ ਕੀਤੀ, ਉਹਨਾਂ ਕਿ ਆਪਰੇਸ਼ਨ ਕਹਿੰਦੇ ਨੇ ਕਾਮਯਾਬ ਹੋ ਗਿਆ ਹੈ। ਪਰ ਉਹਨਾਂ ਨੇ ਇੱਕ ਜਿਹੜੀ ਗੱਲ ਕਹੀ, ਡਾਕਟਰ ਸਾਹਿਬ ਕਹਿੰਦੇ ਨੇ ਕਮਾਲ ਹੋ ਗਈ। ਕਹਿੰਦੇ ਨੇ ਕੀ? ਕਹਿੰਦੇ ਨੇ ਇਹ ਕਮਾਲ ਹੋ ਗਈ ਕਿ ਇਹ ਜਦੋਂ ਮੈਂ ਆਪਰੇਸ਼ਨ ਕਰ ਰਿਹਾ ਸੀ ਅਤੇ ਮੇਰੀ ਡਿਗਰੀ ਜਿੰਨੀ ਮੈਂ ਪੜ੍ਹਾਈ ਕੀਤੀ ਸੀ ਉਸ ਤੋਂ ਉੱਥੇ ਖਤਮ ਹੋ ਗਈ। ਹੁਣ ਪੜ੍ਹਾਈ ਦੀ ਲਿਮਟ ਹੈ, ਗਿਆਨ ਦੀ ਇੱਕ ਲਿਮਟ ਹੈ, ਉਹਨਾਂ ਕੋਲ ਇੰਨੀ ਸੀ। ਪਰ ਕੇਸ ਐਸਾ ਸੀ, ਮੇਰੀ ਸਮਝ ਤੋਂ ਬਾਹਰ ਸੀ। ਪਰ ਮੇਰੇ ਕੋਲ ਉਹ ਐਸਾ ਕੰਮ ਹੋ ਗਿਆ, ਮੈਨੂੰ ਤਾਂ ਇਹ ਨਹੀਂ ਪਤਾ ਲੱਗਿਆ ਕਿ ਹੋਇਆ ਕਿਵੇਂ, ਬਾਹਰ ਕੀ ਕਰ ਰਹੇ ਸੀ ਤੁਸੀਂ? ਕਹਿੰਦੇ ਨੇ ਤੁਸੀਂ ਨਹੀਂ ਕੀਤਾ, ਇਹ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਡੇ ਵਿੱਚ ਬੈਠ ਕੇ, ਉਸ ਤੋਂ ਵੱਡਾ ਡਾਕਟਰ ਕੋਈ ਨਹੀਂ। ਡਾਕਟਰ ਸਾਹਿਬ, ਤੁਹਾਡੀ ਜਿੱਥੇ ਪੜ੍ਹਾਈ ਖਤਮ ਹੁੰਦੀ ਹੈ ਨਾ, ਗੁਰੂ ਗੋਬਿੰਦ ਸਿੰਘ ਦੀ ਪੜ੍ਹਾਈ ਉੱਥੇ ਸ਼ੁਰੂ ਹੁੰਦੀ ਹੈ। ਤੁਹਾਡੀ ਪੜ੍ਹਾਈ ਖਤਮ ਹੁੰਦੀ, ਸਾਡੇ ਗੁਰੂ ਸਾਹਿਬ ਦੀ ਸ਼ੁਰੂ ਹੁੰਦੀ ਹੈ। ਗੁਰੂ ਸਾਹਿਬ ਤੇ ਕਹਿੰਦੇ ਨੇ ਕਿ ਇੱਕ ਵਾਰੀ ਪਿਆਰ ਨਾਲ ਕੋਈ ਦੁੱਖ, ਰੋਗ, ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜੇ ਬਾਣੀ ਦੀ ਕੋਈ ਵਾੜ ਲਾ ਲੈਂਦਾ ਹੈ ਤਾਂ ਭੈਣ ਜੀ ਵਾਸਤੇ ਅਸੀਂ ਜੋ ਪਾਠ ਗੁਰਬਾਣੀ ਪੜ੍ਹੀ ਹੈ, ਅਜ਼ਾਇਆ ਨਹੀਂ ਜਾਂਦੀ। ਠੀਕ ਹੈ, ਬਾਕੀ ਕਰਮ ਹੁੰਦੇ ਨੇ ਆਪਣੇ। ਪਰ ਮੇਰੇ ਕਹਿਣ ਤੋਂ ਮੁਰਾਦ, ਜੇ ਅਸੀਂ ਮਾਇਆ ਦੀ ਹੋੜ ਵਿੱਚ ਭਵਿੱਖ ਦੀ ਸੋਚਨੇ ਹਾਂ, ਅਤੇ ਕਿੱਥੇ ਬਾਣੀ ਦਾ ਹੀ ਖਜ਼ਾਨਾ ਜੋੜ ਕੇ ਬਾਬਾ ਜੀ ਦੇ ਬੈਂਕ ਵਿੱਚ ਰੱਖਦੀ ਹੈ। ਬਾਬਾ ਜੀ, ਜਦੋਂ ਕਦੀ ਵੀ ਮੇਰੀ ਬੱਚੀ ਦੀ ਸ਼ਾਦੀ ਹੋਵੇ ਅਤੇ ਮੇਰੇ ਕੋਲ ਤਾਂ ਕੁਝ ਭਗਤ ਕੌਣ ਸਨ? ਭਗਤ ਕੋਈ ਸੌਖੇ ਨਹੀਂ ਸਨ। ਰਵਿਦਾਸ ਵਰਗੇ ਚਮਾਰ, ਕਬੀਰ ਵਰਗੇ ਜੁਲਾਹੇ, ਨਾਮਦੇਵ ਵਰਗੇ ਛੀਬੇ, ਬੜੇ ਹਲਕੇ ਛੋਟੇ ਛੋਟੇ ਘਰਾਂ ਤੋਂ ਸਨ। ਪਰ ਉਹਨਾਂ ਕੋਲ ਕੀ ਸੀ? ਉਹਨਾਂ ਕੋਲ ਨਾਮ ਦਾ ਧਨ ਸੀ, ਉਹਨਾਂ ਕੋਲ ਹਰੀ ਦੇ ਨਾਮ ਦੀ ਵਿਚਾਰ ਸੀ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਣੀ ਸੰਸਾਰ। ਉਹਨਾਂ ਦੇ ਕਾਰਜ ਪ੍ਰਭੂ ਫਿਰ ਆਪ ਆ ਕੇ ਸਵਾਰ ਜਾਂਦਾ ਹੈ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਉਣੇ ਆਇਆ ਰਾਮ। ਹੁਣ ਭੈਣ ਜੀ ਵਾਸਤੇ ਕੌਣ ਆਇਆ? ਡਾਕਟਰ ਨੇ ਕੁਛ ਨਹੀਂ ਕੀਤਾ। ਉਹਦਾ ਕੰਮ ਕਰਾਉਣ ਵਾਸਤੇ ਪ੍ਰਭੂ ਆਪ ਆਉਂਦਾ ਹੈ। ਕਿਉਂਕਿ ਕਿਸੇ ਭਗਤ ਨੂੰ ਕੋਈ ਦੁੱਖ ਆਉਂਦਾ ਨਾ, ਸੰਤਨ ਦੁੱਖ ਪਾਏ ਤੇ ਦੁਖੀ, ਉਸ ਵੇਲੇ ਰੱਬ ਸਭ ਤੋਂ ਜ਼ਿਆਦਾ ਦੁਖੀ ਹੁੰਦਾ ਹੈ ਕਿ ਮੇਰਾ ਪਿਆਰਾ ਕਿਸੇ ਕਰਮ ਕਰਕੇ ਦੁਖੀ ਹੈ। ਹੁਣ ਮੈਂ ਕਿਸੇ ਦੀ ਡਿਊਟੀ ਨਹੀਂ ਲਾਉਣੀ, ਮੈਂ ਆਪ ਜਾ ਕੇ ਦੀ ਬੌੜੀ ਕਰਨੀ ਹੈ। ਫਿਰ ਰੱਬ ਆਪ ਜਾਂਦਾ ਹੈ, ਫਿਰ ਉਹਦੇ ਸਾਰੇ ਕਾਰਜ ਸਵਾਰ ਕੇ ਆਉਂਦਾ ਹੈ। ਔਰ ਮੈਂ ਹਕੀਕਤ ਦੱਸ ਰਿਹਾ, ਮੇਰੀ ਮਿਸਿਜ਼, ਮੈਂ ਦੇਖੋ ਕਈ ਵਾਰੀ ਗੱਲ ਨੂੰ ਸਾਂਝ ਕਰਨੀ ਚਾਹੀਦੀ। ਮੇਰੀ ਮਿਸਿਜ਼ ਐਡਮਿਟ ਹੋਈ, ਗਾਲ ਬਲੈਡਰ ਦਾ ਆਪਰੇਸ਼ਨ, ਡਾਕਟਰ ਕੋਲ ਲੈ ਕੇ ਸਾਰੇ ਟੈਸਟ ਕਰਾ ਕੇ, ਹਾਰਟ ਦੇ ਆਪਰੇਸ਼ਨ ਹੋਇਆ 10 ਵਜੇ ਸ਼ੁਰੂ, 2 ਵਜੇ ਤੱਕ ਕੋਈ ਨਹੀਂ। ਮੈਂ ਉੱਪਰ ਗਿਆ ਆਪਰੇਸ਼ਨ ਥੀਏਟਰ 'ਤੇ, ਪੁੱਛਿਆ, ਕਹਿੰਦੇ ਨੇ ਜੀ ਆਪਰੇਸ਼ਨ ਤਾਂ ਹੋਇਆ ਨਹੀਂ, ਤੁਹਾਡਾ ਹੀ ਮਿਸਿਜ਼ ਵੈਂਟੀਲੇਟਰ 'ਤੇ ਵੇ। ਮੈਂ ਕਿਹਾ ਜੀ ਉਹ ਕਿਉਂ? ਕਹਿੰਦੇ ਜੀ ਹਾਰਟ ਬੀਟ 0 ਹੋ ਗਈ ਹੈ, ਡੰਪ ਹੋ ਗਈ ਹੈ। ਅਤੇ ਮੈਂ ਹੈਰਾਨ ਹੋ ਗਿਆ। ਉਹਨਾਂ ਨੇ ਸਾਈਨ ਕਰਵਾ ਲਏ ਮੇਰੇ ਕੋਲੋਂ, ਪਰ ਸਾਰੇ ਟੈਸਟ ਸੀ ਆ ਗਏ। ਗਲਤੀ ਉਹਨਾਂ ਕੋਲ ਹੀ ਹੋਣੀ ਹੈ। ਚਲੋ ਐਨੀਵੇ, ਅਸੀਂ ਆਗੇ ਥੱਲੇ ਸੰਗਤ ਆਈ, ਪਾਠ ਸ਼ੁਰੂ ਹੋ ਗਿਆ, ਕੀਰਤਨ ਸ਼ੁਰੂ ਹੋ ਗਿਆ। ਮੇਰਾ ਖਿਆਲ 200-250 ਬੰਦਾ ਮੈਕਸ ਹਸਪੀਟਲ ਵਿੱਚ। 48 ਘੰਟੇ ਦਾ ਟਾਈਮ, ਕਹਿੰਦਾ 48 ਘੰਟੇ ਬਾਅਦ ਡਾਕਟਰ ਨੇ ਹੱਥ ਖੜੇ ਕਰ ਦਿੱਤੇ। ਕਹਿੰਦਾ ਜੀ ਮੇਰੇ ਵਾਸਤੇ ਨਹੀਂ, ਮੈਨੂੰ ਲੱਗ ਰਿਹਾ ਕਿ ਬਚਣਗੇ ਨਹੀਂ। ਆਪਣੇ ਵੱਲੋਂ ਸ਼ੋਰ ਸੀ ਉਹ। ਪਰ 24 ਘੰਟੇ ਬਾਅਦ ਕਾਲ ਕੀਤੀ ਡਾਕਟਰ ਨੇ, ਮੈਂ ਉੱਪਰ ਗਿਆ ਅਤੇ ਮਿਸੀ ਨੇ ਮੇਰੇ ਨਾਲ ਗੱਲ ਕੀਤੀ। ਮੈਂ ਡਾਕਟਰ ਕੋਲ ਪੁੱਛਿਆ ਕਿ ਹੋਇਆ ਕੀ? ਕਹਿੰਦੇ ਜੀ ਬਿਲਕੁਲ ਠੀਕ ਹੋ ਗਏ ਨੇ। ਹਾਲਾਂਕਿ ਆਪਰੇਸ਼ਨ ਉਸ ਟਾਈਮ ਹੋਇਆ ਨਹੀਂ, ਪਰ ਉਹ ਜਦੋਂ ਉਹਨਾਂ ਨੇ ਲੇਜ਼ਰ ਦਾ ਆਪਰੇਸ਼ਨ ਕਰਨਾ ਸੀ, ਉਸ ਵੇਲੇ ਹੀ ਹਾਰਟ ਬੀਟ 0 ਹੋ ਗਈ। ਫਿਰ ਜਦੋਂ ਠੀਕ ਹੋਈ, ਮੈਂ ਡਾਕਟਰ ਕੋਲ ਗਿਆ। ਮੈਂ ਕਿਹਾ ਡਾਕਟਰ ਸਾਹਿਬ ਹੋਇਆ ਕੀ ਸੀ? ਕਹਿੰਦਾ ਜੀ ਮੈਂ ਆਪਣੀ ਲਾਈਫ ਵਿੱਚ 22,000 ਆਪਰੇਸ਼ਨ ਕੀਤੇ ਨੇ। ਉਹ ਡਾਕਟਰ ਦੇ ਵਰਡਸ ਨੇ। ਦੇਖੋ, ਪ੍ਰਤੱਖ ਚੀਜ਼ਾਂ ਮੈਂ ਤਾਂ ਸਾਂਝ ਕਰ ਰਿਹਾ ਕਿ ਗੁਰੂ ਦੇ ਬਾਣੀ 'ਤੇ ਭਰੋਸਾ ਹੋ ਜਾਏ ਸਾਨੂੰ, ਗੁਰੂ ਸਾਹਿਬ ਆਸ ਹੋ ਜਾਏ, ਨਮੋ ਆਸ ਆਸੇ। ਅਤੇ ਗੁਰੂ ਸਾਹਿਬ, ਮੈਂ ਉਹਨਾਂ ਕੋਲ ਪੁੱਛਿਆ ਡਾਕਟਰ ਸਾਹਿਬ, ਕਹਿੰਦਾ 22,000 ਆਪਰੇਸ਼ਨ ਕੀਤਾ,
11 ਆਪਰੇਸ਼ਨ ਮੇਰੇ ਕੋਲ ਇਹ ਵਜੇ ਹੋਏ ਨੇ ਜਿਹੜੇ ਸੰਸਾਰ ਤੋਂ ਚਲੇ ਗਏ, ਮਤਲਬ ਕਿ ਸਵਾਸ ਛੱਡ ਗਏ। ਇਹ ਪਹਿਲਾ ਕੇਸ ਆਇਆ, ਕਹਿੰਦਾ ਮੈਂ ਤਾਂ ਇਵੇਂ ਕਹਾਂਗਾ ਕਿ ਤੁਹਾਨੂੰ ਕਿਹਨੂੰ ਮੰਨਦੇ ਹੋ? ਮੈਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ। ਕਹਿੰਦੇ ਨੇ ਇਸ ਤਰ੍ਹਾਂ ਜਾਣੋ, ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚੋਂ ਇਹ ਤੁਹਾਡੇ ਘਰ ਵਾਲੀ ਆਈ ਹੈ ਵਾਪਸ। ਕਹਿੰਦੇ ਨੇ ਮੈਂ ਵੀ ਹੱਥ ਖੜੇ ਕਰਤੇ। ਮੈਂ ਦਿਲ ਹੀ ਸੋਚਿਆ ਜਿੱਥੇ ਤੁਹਾਡੀ ਪੜ੍ਹਾਈ ਖਤਮ ਹੁੰਦੀ ਹੈ ਨਾ, ਮੇਰੇ ਗੁਰੂ ਤੇਗ ਬਹਾਦਰ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਉੱਥੇ। ਮੈਂ ਪ੍ਰਤੱਖ ਆਪਣੀ ਗੱਲ ਦੱਸ ਰਿਹਾ ਕਿ ਸੰਗਤ ਨੇ ਆ ਕੇ ਬਾਣੀ ਪੜ੍ਹੀ, ਪਾਠ ਕੀਤਾ, ਤੇ ਡਾਕਟਰ ਕਹਿੰਦਾ ਮੈਂ ਵੀ ਹੱਥ ਖੜੇ ਕਰਤੇ। ਉਹ ਡਾਕਟਰਾਂ ਦਾ ਵੱਡਾ ਡਾਕਟਰ ਹੈ, ਤੂੰ ਆਸ ਤੇ ਕਰ ਉਹਦੇ ਉੱਤੇ, ਭਰੋਸਾ ਤੇ ਕਰ। ਕਿਉਂਕਿ ਦੁੱਖ ਆਉਂਦਾ ਸੀ ਪਹਿਲਾਂ ਇੱਧਰ ਉੱਧਰ ਰਿਸ਼ਤੇਦਾਰੀਆਂ ਵਾਲੀਆਂ ਇੱਧਰ ਉੱਧਰ ਜਾਂਦੇ, ਨਹੀਂ ਤੂੰ ਬਾਣੀ ਦਾ ਪਹਿਰਾ ਲਾ। ਔਰ ਇਹੀ ਅਗਰ ਤੂੰ ਰੋਜ਼ ਪਹਿਰਾ ਲੱਗਿਆ ਹੁੰਦਾ, ਦੁੱਖ ਆਉਂਦਾ ਤੇ ਕਦੀ ਵੀ ਕੈਸ਼ ਕਰਾ ਲੈਂਦਾ। ਤਾਂ ਮਹਾਰਾਜ ਕਹਿੰਦੇ ਚਲੋ ਜਦੋਂ ਸੋਝੀ ਆ ਜਾਏ, ਸਵੇਰਾ ਆ ਜਾਏ। ਔਰ ਜਿਹੜਾ ਗਰੁੱਪ ਬਣਿਆ ਵੱਧ ਤੋਂ ਵੱਧ ਬਾਣੀ ਪਾਓ, ਉਹਦੇ ਵਿੱਚ ਆਪਣਾ ਹਿੱਸਾ ਪਾਓ, ਕਦੋਂ ਕੈਸ਼ ਵੀ ਕਰ ਲਓ। ਗੁਰੂ ਕਿਸੇ ਦਾ ਰੱਖਦਾ ਨਹੀਂ ਜੇ। ਤੁਸੀਂ ਮਤ ਸੋਚੋ ਮੈਂ ਬਾਣੀ ਪੜ੍ਹੀ ਤੇ ਗੁਰੂ ਨੇ ਤੁਹਾਨੂੰ ਦੱਸ ਦੇਣਾ ਇਹ ਬਾਣੀ ਦਾ ਫਲ ਇੱਥੇ ਮਿਲ ਗਿਆ ਜੇ ਤੁਹਾਨੂੰ। ਬਾਣੀ ਤੇ ਕੀਤੇ ਹੋਏ ਕਰੋੜਾਂ ਕਰਮਾਂ ਦੇ, ਮਾੜੇ ਕਰਮਾਂ ਦੇ ਪਾਪ, ਹਰ ਹਰ ਨਾਮ ਜਪੰਤਿਆਂ ਕੱਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਰੱਬ ਦਾ ਨਾਮ ਜਪੇਂਗਾ ਨਾ, ਤੇਰੇ ਉਸ ਬੈਲੈਂਸ ਵਿੱਚ, ਉਸ ਬੈਂਕ ਦੇ ਬੈਲੈਂਸ ਵਿੱਚ ਤੇਰਾ ਬੈਲੈਂਸ ਵਧੇਗਾ। ਜਿਹਦਾ ਬੈਲੈਂਸ ਹੁੰਦਾ ਹੈ ਨਾ, ਹੁਣ ਜਿਹਦੇ ਕੋਲ ਮਾਇਆ ਹੁੰਦੀ ਹੈ ਨਾ, ਤਾਂ ਕਿਵੇਂ ਸੰਸਾਰਿਕ ਕਾਹੇ ਭਈਆ ਫਿਰ ਤੋਂ ਫੁੱਲਿਆ ਕਿਵੇਂ ਫੁੱਲ ਕੇ ਚੱਲਦਾ ਹੈ ਸੰਸਾਰ ਵਿੱਚ। ਉੱਥੋਂ ਪਤਾ ਲੱਗਦਾ ਕਿ ਇਹ ਮਾਇਆ ਕਰਕੇ ਚਲਤ ਕੱਤ ਟੇਢੇ ਕਿਸ ਤਰ੍ਹਾਂ ਚਾਲ ਹੁੰਦੀ ਹੈ। ਇੱਕ ਆਮ ਗਰੀਬ ਆਦਮੀ, ਸਾਦਗੀ ਬੰਦੇ ਦੀ ਕਿਵੇਂ ਆਰਾਮ ਨਾਲ ਚੱਲਦਾ ਹੁੰਦਾ ਹੈ। ਕਦੀ ਮਾਇਆਧਾਰੀ ਦੀ ਚਾਲ ਦੇਖੋ, ਉਹਦੀ ਗੱਲਬਾਤ ਦੇਖੋ। ਕਿਉਂਕਿ ਕੀ ਹੈ? ਕਿਉਂਕਿ ਉਹ ਮਾਇਆ ਕਾਰਨ ਸਭ ਕੁਝ ਭੁੱਲ ਬੈਠਾ ਹੈ। ਪਰ ਜਿਹਨੇ ਨਾਮ ਦਾ ਖਜ਼ਾਨਾ ਕੀਤਾ ਹੈ, ਦੇਖੋ ਮਾਇਆ ਆਉਣ ਤੋਂ ਬਾਅਦ ਬੰਦਾ ਫੁੱਲ ਹੀ ਜਾਂਦਾ ਹੈ, ਆਕੜ ਵਿੱਚ ਆ ਜਾਂਦਾ ਹੈ। ਨਾਮ ਧਨ ਆਉਂਦਿਆਂ ਬੰਦਾ ਨਿਮਰਤਾ ਹੀ ਚਾਹੁੰਦਾ ਜਾਂਦਾ ਹੈ। ਇਹ ਫਰਕ ਜੇ ਬਸ। ਜਿਉਂ ਤੁਹਾਨੂੰ ਨਾਮ ਧਨ ਮਿਲਦਾ ਰਹੇਗਾ, ਤੁਹਾਡੇ ਅੰਦਰ ਨਿਮਰਤਾ ਆਉਂਦੀ ਜਾਏਗੀ, ਤੁਸੀਂ ਸ਼ਾਂਤ ਹੋ ਜਾਓਗੇ, ਤੁਸੀਂ ਰੱਬ ਦੀ ਉਸ ਹਰਕਤ ਨੂੰ ਸਮਝ ਜਾਓਗੇ। ਇਹ ਮਾਇਆ ਕੀ ਸ਼ੋਭਾ 4 ਦਿਹਾੜੇ, ਜਾਂਦੀ ਬਿਲੰਬ ਨਾ ਹੋਏ। ਇਹ ਜਾਂਦਿਆਂ ਵੀ ਦੇਰ ਨਹੀਂ ਲਾਉਂਦੀ ਜੇ। ਬੜੇ ਵੱਡੇ ਭਿਖਾਰੀ ਵੀ ਬੰਦਿਆਂ ਦੇਰ ਨਹੀਂ ਲੱਗਦੀ ਜੇ। ਪਰ ਜਿਨ੍ਹਾਂ ਕੋ ਨਾਮ ਦਾ ਧਨ ਹੈ, ਉਹ ਕਦੀ ਭਿਖਾਰੀ ਹੋ ਹੀ ਨਹੀਂ ਸਕਦੇ। ਜਿਹੜੇ ਮਹਾਰਾਜ ਕਹਿੰਦੇ ਜਗਤ ਭਿਖਾਰੀ ਫਿਰਤ ਹੈ, ਉਹਦੇ ਵਿੱਚ ਜਿਹੜੇ ਨਾਮ ਜਪਣ ਵਾਲੇ ਨੇ ਨਾ, ਉਹ ਭਿਖਾਰੀ ਨਹੀਂ ਰਹਿ ਜਾਂਦੇ, ਉਹ ਸ਼ਾਹ ਬਣ ਜਾਂਦੇ ਨੇ। ਜਿਨ ਕੇ ਪੱਲੇ ਧਨ ਵਸੇ ਤਿਨ ਕਾ ਨਾਉ ਫਕੀਰ, ਜਿਨ ਕੇ ਹਿਰਦੇ ਤੂੰ ਬਸੇ ਤੇ ਨਰ ਗੁਣੀ ਗਹੀਰ। ਜਿਹਦੇ ਕੋਲ ਧਨ ਹੈ, ਮਾਰੇ ਕਹਿੰਦੇ ਉਹ ਤਾਂ ਫਕੀਰ ਹੈ, ਫੁਕੜਾ ਹੈ। ਪਰ ਜਿਹਦੇ ਕੋਲ ਨਾਮ ਧਨ ਹੈ, ਉਹ ਤੇ ਗੁਣੀ ਗਹੀਰ, ਗੁਣਾ ਦਾ ਸਾਗਰ ਹੈ। ਉਹਦੀ ਕੋਈ ਕਹਿੰਦੇ ਨਾਮ ਧਨ ਜਿਸ ਜਨ ਕੇ ਪਾਲੇ ਸੋਈ ਪੂਰਾ ਸ਼ਾਹ। ਮਹਾਰਾਜ ਕਹਿੰਦੇ ਜਿਹਦੇ ਕੋਲ ਨਾਮ ਦਾ ਧਨ ਹੈ ਨਾ, ਉਹ ਪੂਰਾ ਹੀ ਸ਼ਾਹ ਆਵੇ। ਮੇਰੀ ਨਜ਼ਰਾਂ 'ਚ ਵੇਖੋ ਨਾ, ਬਸਤਾ ਟੂਟੀ ਝੋਂਪੜੀ, ਚੀਰ ਸਭ ਛੀਨਾ, ਮਿੱਤਰ ਨਾ ਇੱਟ ਤਨ ਕਿਛ ਸਾਕ ਨਾ ਸੀਨਾ। ਮਹਾਰਾਜ ਖੀਰ 'ਚ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪੀਨਾ। ਤੁਸੀਂ ਰਾਜੇ ਉਹਨੂੰ ਮੰਨਦੇ ਹੋ ਜਿਹਦੇ ਕੋਲ ਬਹੁਤ ਮਾਇਆ ਹੈ, ਜਿਹਨੇ ਬੜਾ ਕੁਛ ਇੱਧਰ ਉੱਧਰੋਂ ਇਕੱਠੀ ਕਰਕੇ ਤੇ ਰਾਜਾ ਬਣ ਗਿਆ। ਮਹਾਰਾਜ ਕਹਿੰਦੇ ਨੇ ਉਹ ਰਾਜਾ ਨਹੀਂ ਜੇ। ਜਿਹਦੇ ਹਿਰਦੇ ਵਿੱਚ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜਿਹਦੇ ਮਨ ਦੇ ਵਿੱਚ ਰੱਬ ਦਾ ਨਾਮ ਹੈ, ਉਹ ਭਿੰਨਾ ਹੈ, ਉਹ ਵੱਡਾ ਹੈ, ਉਹ ਰਾਜਾ ਵੇ। ਅਸੀਂ ਦੁਨੀਆ ਵਿੱਚ ਜਿਹਦੇ ਕੋਲ ਰੁਤਬਾ ਹੈ ਉਹਨੂੰ ਰਾਜਾ ਸਮਝਦੇ ਨਹੀਂ। ਤਾਂ ਮਹਾਰਾਜ ਇੱਥੇ ਕਹਿੰਦੇ ਨੇ ਨਮੋ ਆਸ ਆਸੇ, ਤੂੰ ਉਹਦੇ ਉੱਤੇ ਆਸ ਰੱਖ। ਔਰ ਸੱਚੀ ਗੱਲ ਹੈ, ਤੁਸੀਂ ਆਸ ਰੱਖੋ, ਬਾਣੀ ਦੇ ਪ੍ਰਵਾਹ ਚਲਾਓ। ਇਹ ਨਹੀਂ ਕਿ ਕੱਲ੍ਹ ਭੈਣ ਜੀ ਬਿਮਾਰ ਸਨ, ਅਸੀਂ ਕੱਲ੍ਹ ਹੀ ਪੜ੍ਹਨੀ ਸੀ ਬਾਣੀ। ਅੱਜ ਵੀ ਇਸ ਖਾਤੇ ਵਿੱਚ ਇਹ ਬੈਂਕ ਨਵਾਂ ਖੁੱਲ੍ਹਿਆ ਜੀ, ਇਹ ਗੁਰੂ ਨਾਨਕ ਦਾ ਬੈਂਕ ਹੈ। ਇਹਦੇ ਵਿੱਚ ਆਪਣੇ ਪੈਸੇ ਜਮ੍ਹਾਂ ਕਰਾਓ। ਦੁਨੀਆ ਦੇ ਬੈਂਕ ਤੇ ਹੁਣ ਅਮਰੀਕਾ 'ਚ ਕਿੰਨੇ ਬੈਂਕ ਫੇਲ ਹੋਏ ਨੇ, ਇੰਡੀਆ 'ਚ ਵੀ ਹੋਏ ਨੇ। ਲੋਕੀ ਫਿਰ ਬਾਅਦ ਵਿੱਚੋਂ ਰੋਂਦੇ ਨੇ ਮੇਰੇ ਬੈਂਕ ਵਿੱਚੋਂ ਪੈਸਾ। ਪਰ ਇਹ ਜਿਹੜਾ ਧਨ ਹੈ ਨਾ, ਇਹ ਧਨ ਕਦੀ ਖਤਮ ਨਹੀਂ ਹੋਣਾ। ਇਹ ਗੁਰੂ ਨਾਨਕ ਦੇ ਘਰ ਜਮ੍ਹਾਂ ਕਰਾਓਗੇ ਨਾ, ਗੁਰੂ ਨਾਨਕ ਨੇ ਤਾਂ ਇੱਕ 20 ਰੁਪਏ ਪਾਏ ਸੀ ਨਾ, ਇਹ ਧਨ ਮੁੱਕਦਾ ਹੀ ਨਹੀਂ ਹੈ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ।
ਇਹ ਧਨ ਮੁੱਕਣ ਵਾਲਾ ਨਹੀਂ ਜੇ, ਇਹ ਧਨ ਤੇ ਵੱਧਦਾ ਹੀ ਵੱਧਦਾ ਰਹਿਣਾ। ਪਰ ਇਸ ਧਨ ਨੂੰ ਇਕੱਠਾ ਕਰਨ ਵਾਸਤੇ ਤੁਹਾਨੂੰ ਮੁਸ਼ੱਕਤ ਕਰਨੀ ਪਏਗੀ। ਕੋਈ ਪਹਾੜਾਂ ਤੇ ਨਹੀਂ ਚੜ੍ਹਨਾ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇੱਥੋਂ ਦੀ ਦੁਕਾਨ ਤੇ ਜਾ ਰਹੇ ਹੋ, ਇੱਥੋਂ ਦੀ ਟ੍ਰੇਨ ਤੋਂ ਜਾ ਰਹੇ ਹੋ, ਇੱਥੋਂ ਦੀ ਕਾਰ ਤੋਂ ਜਾ ਰਹੇ ਹੋ, ਮੈਟਰੋ ਤੇ ਜਾ ਰਹੇ ਹੋ, ਸਮਾਂ ਮਿਲ ਗਿਆ, ਬਜਾਏ ਸੋਚਣ ਤੇ ਉਹਨੇ ਮੇਰੇ ਨਾਲ ਕੀ ਕਰਤਾ, ਨਹੀਂ ਯਾਰ 10 ਮਿੰਟ ਮਿਲੇ ਨੇ, ਅੱਧਾ ਘੰਟਾ ਮਿਲਿਆ, ਚਲੋ 15 ਪਾਠ ਚੌਪਈ ਸਾਹਿਬ ਦੇ ਪਾ ਦਿਓ ਉਸ ਖਾਤੇ ਵਿੱਚ। ਤੁਸੀਂ 15 ਲਿਖੋਗੇ ਨਾ ਤੇ ਜਿਹੜਾ ਵੇਖੇਗਾ ਯਾਰ ਮੈਂ 5 ਕੀਤੇ। ਕਈ ਵਾਰੀ ਅਸੀਂ ਸੀਸਗੰਜ ਸੇ ਜਾਣੇ 3-4 ਵਜੇ, ਅਸੀਂ ਬੜੀ ਐਂਠ ਨਾਲ ਜਾਣੇ 4 ਵਜੇ ਅਸੀਂ ਜਾ ਰਹੇ ਹਾਂ, ਪਰ ਕਮਾਲ ਦੀ ਗੱਲ ਹੈ ਉੱਥੇ ਤੇ 2 ਵਜੇ ਹੀ ਸੰਗਤ ਬੈਠੀ ਹੁੰਦੀ ਹੈ, ਤੇ ਜਿਹੜਾ 2 ਵਜੇ ਬੈਠਾ ਹੁੰਦਾ ਜਾਂਦਾ ਉਹ ਸਮਝਦਾ ਮੈਂ ਉੱਪਰ ਰਾਤੀ ਕਈ ਸਾਰੀ ਰਾਤ ਦੇ ਬੈਠੇ ਹੁੰਦੇ ਨੇ। ਇੱਕ ਵਾਰੀ ਲੰਗਰ ਛਕ ਰਹੇ ਸਨ, ਭਾਈ ਗੁਰੂ ਇਕਬਾਲ ਸਿੰਘ ਜੀ ਨਾਲ ਸਨ, ਤੇ ਉਹ ਇੱਕ ਸ਼ਰੀਰ ਆਇਆ, ਥਾਲੀਆਂ ਚੁੱਕ ਰਿਹਾ ਸੀ ਲੰਗਰ ਦੀਆਂ, ਜਿਹੜੀਆਂ ਜਦੋਂ ਤੁਸੀਂ ਲੰਗਰ ਜੂਠੀਆਂ ਥਾਲੀਆਂ ਚੁੱਕ ਰਿਹਾ ਸੀ, ਤੇ ਭਾਈ ਸਾਹਿਬ ਨਾਲ ਬੈਠੇ, ਤੇ ਉਹਨੇ ਥਾਲੀ ਚੁੱਕੀ, ਤੇ ਉਹ ਜਿਹੜਾ ਛਕ ਰਿਹਾ ਸੀ ਕਹਿੰਦਾ ਇਹਨੂੰ ਨਹੀਂ ਮੈਂ ਚੁੱਕਣ ਦੇਣੀ। ਭਾਈ ਸਾਹਿਬ ਨੇ ਕਿਹਾ ਸੇਵਾ ਕਰ ਰਹੇ ਨੇ, ਸਾਰੇ ਚੁੱਕ ਰਹੇ, ਕਹਿੰਦੇ ਨਹੀਂ ਇਹ ਵੀਰ ਨਹੀਂ ਚੁੱਕੇਗਾ। ਗੁਰੂ ਇਕਬਾਲ ਸਿੰਘ ਜੀ ਨੇ ਕਿਹਾ ਇਹ ਵੀਰ ਨਹੀਂ ਚੁੱਕੇਗਾ ਥਾਲੀ, ਇਹ ਨਹੀਂ ਚੁੱਕੇਗਾ, ਬਾਕੀ ਕੋਈ ਵੀ ਲੈ ਜਾਏ ਮੈਂ ਲੈ ਜਾਵਾਂਗਾ, ਪਰ ਇਹਨੂੰ ਨਹੀਂ ਮੈਂ ਦੇਣੀ। ਭਾਈ ਸਾਹਿਬ ਨੇ ਸੋਚਿਆ ਸ਼ਾਇਦ ਇਹਦੇ ਨਾਲ ਕੋਈ ਈਰਖਾ ਕਰਦਾ। ਜਦ ਨਹੀਂ ਦਿੱਤੀ ਨਾ, ਉਹਨਾਂ ਨੇ ਪੁੱਛ ਹੀ ਲਿਆ ਭਾਈ ਤੂੰ ਇਹਨੂੰ ਕਿਉਂ ਨਹੀਂ ਥਾਲੀ ਦਿੱਤੀ? ਕਹਿੰਦਾ ਭਾਈ ਸਾਹਿਬ ਮੈਂ ਇਹਨੂੰ ਨਹੀਂ ਮੈਂ ਦੇ ਸਕਦਾ, ਮੈਂ ਦਰਬਾਰ ਸਾਹਿਬ 3 ਵਜੇ ਜਾਣਾ, ਇਹ ਦਰਬਾਰ ਸਾਹਿਬ 2 ਵਜੇ ਜਾਂਦਾ ਹੈ, ਇਹਦੀ ਭਗਤੀ ਮੇਰੇ ਤੋਂ ਜ਼ਿਆਦਾ ਹੈ, ਇਹ ਮੇਰੀ ਸੇਵਾ ਕਰੇ ਮੈਂ ਨਹੀਂ। ਦੇਖੋ ਅਵਸਥਾ ਦੀ ਗੱਲ ਹੈ, ਇਹਨੂੰ ਅਸੀਂ ਨੈਗੇਟਿਵ ਨਾ ਸੋਚੀਏ। ਇਹ 2 ਵਜੇ ਦਰਬਾਰ ਸਾਹਿਬ ਪਹੁੰਚਿਆ ਹੁੰਦਾ ਤੇ ਮੈਂ ਲੇਟ ਆਉਂਦਾ ਵਾ। ਕਦੀ ਵੀ ਇਸ ਗੱਲ ਤੋਂ ਫੂਲਾ ਨਾ ਸਮਾਓ ਮੈਂ ਪਹੁੰਚ ਗਿਆ ਉੱਥੇ, ਨਹੀਂ, ਸਾਡੇ ਤੋਂ ਹੋਰ ਵੀ ਬੜੇ ਬੜੇ ਬੈਠੇ ਨੇ। ਤਾਂ ਆਸ ਜਿਹੜੀ ਗੁਰੂ ਤੇ ਰੱਖੋ, ਔਰ ਸੱਚ ਜਾਣਿਓ ਗੁਰੂ ਤੇ, ਇਹ ਤੇ ਭੈਣ ਜੀ ਨੇ ਨਾ ਗੁਰੂ ਸਾਹਿਬ ਤੇ ਪ੍ਰਭਾਵੇ ਬਿਨ ਸਾਸ ਤੇ ਰੱਖੇ, ਉਹ ਤੇ ਬਿਨਾਂ ਸਵਾਸਾਂ ਤੋਂ ਵੀ ਰੱਖ ਦੇਗਾ। ਤੁਹਾਡੇ ਅੰਦਰ ਸਵਾਸ ਨਹੀਂ ਨੇ ਨਾ, ਸਵਾਸਾਂ ਨਾਲ ਚੱਲੀ ਦੀ ਹੈ ਨਾ। ਜਿਸ ਕਾ ਸਾਸ ਨਾ ਕਾਢਤ ਆਪ ਤਾਕੋ ਰਾਖਤ ਦੇ ਕਰ ਹੱਥ, ਉਹਨੂੰ ਹੀ ਹੱਥ ਦੇ ਦੇਗਾ। ਅਗਰ ਸਵਾਸ ਵੀ ਨਹੀਂ ਨੇ, ਇਹ ਤੇ ਬਿਮਾਰੀ ਹੈ ਨਾ, ਤੇ ਬਿਮਾਰੀ ਲਿਆਉਣ ਵਾਲਾ ਕੌਣ ਹੈ? ਪਰਮਾਤਮਾ। ਹੁਣੇ ਪੜ੍ਹ ਬੈਠੇ ਆ, ਹਰ ਕਲਹ ਵਿੱਚ ਹਰ ਦੁੱਖ ਵਿੱਚ ਕੌਣ ਹੈ? ਉਹ ਵੀ ਰੱਬ ਹੀ ਹੈ। ਜੇ ਰੱਬ ਬਿਮਾਰੀ ਲਿਆ ਸਕਦਾ ਹੈ ਤੇ ਰੱਬ ਬਿਮਾਰੀ ਕੱਢ ਵੀ ਸਕਦਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਉਹਦੇ ਉੱਤੇ ਆਸ ਰੱਖੋ। ਮੈਂ ਨਮਸਕਾਰ ਕਰਦਾ ਹਾਂ। ਨਮੋ ਬਾਂਕ ਬੰਕੇ, ਇਹ ਸਾਰੇ ਹੀ ਜੋ ਸ਼ਿੰਗਾਰ ਨੇ ਇਹ ਸਭ ਪਰਮਾਤਮਾ ਤੇਰੇ ਹੀ ਨੇ। ਮੈਂ ਤੈਨੂੰ ਨਮਸਕਾਰ ਕਰਨਾ। ਆ ਭੰਗੀ ਸਰੂਪੈ, ਤੇਰਾ ਸਰੂਪ, ਤੇਰੀ ਹਸਤੀ। ਆ ਭੰਗੀ, ਭੰਗ ਹੁੰਦਾ ਹੈ ਭੰਗ ਕਰਨਾ, ਨਾਸ਼ ਕਰਨਾ। ਕਹਿੰਦੇ ਨੇ ਅੱਜ ਪਾਰਲੀਮੈਂਟ ਭੰਗ ਕਰ ਦਿੱਤੀ ਹੈ, ਪਰ ਐੜਾ ਲੱਗ ਗਿਆ, ਅਪੋਜ਼ਿਟ ਹੋ ਗਿਆ, ਉਹ ਨਾਸ਼ ਨਹੀਂ ਹੋ ਸਕਦਾ। ਹਰ ਚੀਜ਼ ਨਾਸ਼ ਹੋਣੀ ਹੈ, ਉਹਨੂੰ ਤਾਂ ਹੀ ਅਬਿਨਾਸ਼ੀ ਕਿਹਾ ਹੈ। ਉਹ ਨਾਸ਼ ਤੋਂ ਰਹਿਤ ਹੈ, ਉਹਦਾ ਸਰੂਪ ਹੈ, ਉਹਦੀ ਹਸਤੀ ਹੈ। ਜਦੋਂ ਧਰਤੀ ਨਹੀਂ ਸੀ ਤਦ ਵੀ ਉਹ ਨਾਸ਼ ਨਹੀਂ ਸੀ, ਜਦੋਂ ਧਰਤੀ ਬਣੀ ਤਦ ਵੀ ਉਹ ਨਾਸ਼ ਨਹੀਂ ਹੈ। ਹੁਣ ਅਗਾਂਹ ਧਰਤੀ ਨਹੀਂ ਵੀ ਹੋਏਗੀ ਤਾਂ ਵੀ ਉਹ ਨਾਸ਼ ਤੋਂ ਉਹਨੇ ਹੀ ਰਹਿਤ ਰਹਿਣਾ। ਅਸੀਂ ਸਭ ਨੇ ਸੰਸਾਰ ਵਿੱਚੋਂ, ਮੈਂ ਕਿਹਾ ਜਿੰਨੇ ਵੀ ਅਸੀਂ ਬੈਠੇ ਹਾਂ 100 ਸਾਲਾਂ ਬਾਅਦ ਸਭ ਨੇ ਚਲਾ ਜਾਣਾ ਵੱਧ ਤੋਂ ਵੱਧ। ਪਰ ਪਰਮਾਤਮਾ ਨੇ, ਉਹ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਉਹ ਸਦਾ ਹੀ ਉਹਦੇ ਸਰੂਪ ਨੇ ਭੰਗ ਨਹੀਂ ਹੋਣਾ। ਤਾਂ ਮੈਂ ਨਮਸਕਾਰ ਕਰਨਾ। ਅਨੰਗੀ ਅਨਾਮੇ, ਹੇ ਪਰਮਾਤਮਾ ਤੁਸੀਂ ਅਨੰਗੀ ਅਨਾਮੇ, ਤੁਸੀਂ ਅੰਗਾਂ ਤੋਂ ਵੀ ਰਹਿਤ ਹੋ। ਹੁਣ ਭੁਲੇਖੇ ਦੇਖੋ ਸਾਰੇ ਹੀ ਨਿਕਲ ਜਾਂਦੇ ਪਏ ਨੇ। ਇਹ ਲਾਸਟ ਵਿੱਚ ਆ ਰਹੇ ਨਾ, ਪਰਮਾਤਮਾ ਦੇ ਅੰਗ ਹੀ ਨਹੀਂ ਹੈ, ਕਿਉਂਕਿ ਪਰਮਾਤਮਾ ਦਾ ਰੂਪ ਹੀ ਨਹੀਂ। ਦੇਖੋ ਕਾਇਆ ਹੋਏਗੀ ਤੇ ਅੰਗ ਹੋਣਗੇ ਨਾ, ਪਰਮਾਤਮਾ ਦੀ ਕੋਈ ਕਾਇਆ ਨਹੀਂ ਜੀ, ਉਹ ਕਾਇਆ ਤੋਂ ਰਹਿਤ ਹੈ, ਤਾਂ ਹੀ ਉਹ ਅਨੰਗੀ ਹੈ। ਅਨੰਗੀ ਅਨਾਮੇ, ਉਹਦਾ ਕੋਈ ਨਾਮ ਵੀ ਨਹੀਂ ਹੈ। ਇਹ ਤੇ ਠੀਕ ਨੇ ਅਸੀਂ ਨਾਮ ਰੱਖੇ ਨੇ, ਕੀਰਤਨ ਨਾਮ ਨੇ। ਕੀਰਤਨ ਨਾਮ ਕਥੇ ਤੇਰੇ ਜੇਬਾ, ਸਤਨਾਮ ਤੇਰਾ ਪਰਾਪੁਰ ਬਲਾ। ਪਰਮਾਤਮਾ ਦਾ ਆਪਣਾ ਕੋਈ ਨਾਮ ਨਹੀਂ ਜੀ, ਇਹ ਤੇ ਅਸੀਂ ਦਿੱਤੇ ਨੇ ਨਾ। ਹੁਣ ਬੱਚਾ ਸਾਡੇ ਘਰ ਪੈਦਾ ਹੋਏ, ਅਸੀਂ ਕੀ ਕਹਿੰਦੇ ਹਾਂ ਜੀ? ਇਹ ਸਿੰਦਰ ਹੈ, ਇਹ ਪੱਪੂ ਹੈ, ਇਹ ਬਿੱਟੂ ਹੈ, ਇਹੀ ਕਹਿੰਦੇ ਹਾਂ ਨਾ।
ਅਸੀਂ ਨਾਮ ਰੱਖੇ ਨੇ, ਪਰ ਪਰਮਾਤਮਾ ਜਿੰਨੇ ਨਾਮ ਤੇਰੇ ਹੀ ਨੇ, ਪਰ ਤੇਰਾ ਆਪਣਾ ਨਾਮ ਕੋਈ ਨਹੀਂ ਹੈ। ਕੋਈ ਬਿੱਠੂਲ ਕਹਿ ਰਿਹਾ ਹੈ, ਕੋਈ ਨਾਰਾਇਣ ਕਹਿ ਰਿਹਾ ਹੈ, ਕੋਈ ਦੀਨ ਦਿਆਲ ਕਹਿ ਰਿਹਾ, ਕੋਈ ਕਰੀਮ ਕਹਿ ਰਿਹਾ, ਕੋਈ ਰਹੀਮ ਕਹਿ ਰਿਹਾ ਹੈ, ਕੋਈ ਮਧੂਸੂਦਨ ਕਹਿ ਰਿਹਾ ਹੈ, ਕਹਿ ਰਹੇ ਨੇ ਨਾ। ਪਰ ਪਰਮਾਤਮਾ ਉਹ ਤੇ ਤੇਰੇ ਤਵ ਸਰਵਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ, ਇਹ ਸਭ ਤੇਰੇ ਕਰਮਾਂ ਨੂੰ ਵੇਖ ਕੇ ਨਾਮ ਰੱਖੇ ਹੋਏ ਨੇ। ਤੂੰ ਸਾਰਿਆਂ ਤੇ ਰਹਿਮਤ ਕਰਨਾ, ਤੈਨੂੰ ਰਹੀਮ ਕਹਿ ਦਿੱਤਾ ਗਿਆ ਹੈ। ਤੂੰ ਧਰਤੀ ਨੂੰ ਪਾਲ ਰਿਹਾ ਹੈ, ਤੈਨੂੰ ਗੋਪਾਲ ਕਹਿ ਦਿੱਤਾ ਹੈ। ਤੂੰ ਧਰਤੀ ਨੂੰ ਜਦ ਵੇਖਿਆ ਆਸਰਾ ਕੌਣ ਦੇ ਰਿਹਾ? ਪਰਮਾਤਮਾ ਗੋਬਿੰਦ ਕਹਿ ਦਿੱਤਾ ਹੈ। ਇਹ ਸਿਰਫ ਨਾਮ ਪਰਮਾਤਮਾ ਦਾ ਕੋਈ ਨਾਮ ਨਹੀਂ ਜੇ, ਪਰ ਪਰਮਾਤਮਾ ਸਾਰੇ ਨਾਮ ਤੇਰੇ ਨੇ, ਪਰ ਤੂੰ ਨਾਮਾਂ ਤੋਂ ਰਹਿਤ ਹੈ। ਇਸ ਕਰਕੇ ਅਨੰਗੀ ਅਨਾਮੇ ਤਿਰਭੰਗੀ ਤਿਰਕਾਲੇ, ਤਿਰਭੰਗੀ ਭਾਵ ਕਿ ਤਿੰਨਾਂ ਕਾਲਾਂ ਵਿੱਚ ਤੇ ਤਿੰਨਾਂ ਲੋਕਾਂ ਵਿੱਚ ਨਸ਼ਟ ਕਰਨ ਵਾਲਾ ਹੈ ਤੂੰ। ਸਾਰੇ ਕਾਲ ਤੇ ਸਾਰੇ ਲੋਕਾਂ ਨੂੰ ਤੂੰ ਨਸ਼ਟ ਕਰਨ ਵਾਲਾ ਹੈ। ਤੇਰੇ 'ਚ ਪਾਵਰ ਹੈ। ਤੂੰ ਪੈਦਾ ਵੀ ਕਰਨਾ ਜਾਣਦਾ ਹੈ, ਪਾਲਦਾ ਵੀ ਤੂੰ ਹੀ ਹੈ, ਤੇ ਨਾਸ਼ ਕਰਨ ਵਾਲਾ ਵੀ ਤੂੰ ਹੀ ਹੈ। ਤੇਰੇ ਤੋਂ ਇਲਾਵਾ ਕੋਈ ਨਹੀਂ ਹੈ। ਇਸ ਕਰਕੇ ਤਿਰਭੰਗੀ ਤਿਰਕਾਲੇ ਅਨੰਗੀ ਅਨਾਮੇ, ਅਨੰਗੀ ਅਕਾਮੇ, ਅਨੰਗੀ ਫਿਰ ਅੰਗਾ ਤੋਂ ਰਹਿ ਤੇ ਅਕਾਮੇ, ਤੂੰ ਕਾਮਨਾਵਾਂ ਤੋਂ ਰਹਿਤ ਹੈ। ਸਾਡੀਆਂ ਕਾਮਨਾਵਾਂ ਬਹੁਤ ਨੇ ਸਾਧ ਸੰਗਤ, ਜਿੰਨੀਆਂ ਜਿਹਦੀਆਂ ਕਾਮਨਾਵਾਂ ਹੋਣਗੀਆਂ ਉਹਨਾਂ ਸੰਸਾਰ 'ਚ ਦੁਖੀ ਹੋਏਗਾ। ਕਾਮਨਾਵਾਂ ਤੋਂ ਹੀ ਬਿਮਾਰੀਆਂ ਦੁੱਖਾਂ ਦਾ ਸਾਡਾ ਸਿਲਸਿਲਾ ਸ਼ੁਰੂ ਹੁੰਦਾ ਹੈ। ਗੁਰੂ ਸਾਹਿਬ ਕੋਲ ਆਉਣ ਨਾਲ ਇਹ ਨਾ ਸੋਚਣਾ ਕਿ ਮੇਰੇ ਕੋਲ, ਮੈਂ ਉਸ ਤਰਫ ਨਹੀਂ ਲਿਜਾ ਰਿਹਾ ਕਿ ਉਹ ਗੁਰੂ ਸਾਹਿਬ, ਮੈਂ ਹੁਣ ਗੁਰੂ ਦੇ ਲੜ ਲੱਗਣਾ, ਸਵੇਰੇ ਜਾਗਣਾ, ਮੈਨੂੰ ਵੱਡੀ ਕੋਠੀ ਮਿਲ ਜਾਏਗੀ, ਇਹ ਮਿਲ ਜਾਣਗੀਆਂ। ਇਹਦੇ ਨਾਲ ਸਾਡੀਆਂ ਤ੍ਰਿਸ਼ਨਾਵਾਂ ਵਧਣੀਆਂ ਨੇ। ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਮੇਰੇ ਨਾਲ ਲੱਗ ਗਿਆ, ਮੈਂ ਤੁਹਾਨੂੰ ਮੈਂ ਤੇਰੀਆਂ ਕਾਮਨਾਵਾਂ ਹੀ ਖਤਮ ਕਰ ਦਾਂਗਾ। ਜੇ ਭੁੱਖ ਦੇ ਤਾਂ ਤੁਝੇ ਅਰਾਧੀ, ਤੇਰੀ ਇਹ ਵਜੀ ਸੋਚ ਬਣ ਜਾਏਗੀ। ਤੂੰ ਛੱਡ ਯਾਰ, ਮੈਂ ਕੀ ਲੈਣਾ ਇਹਨਾਂ ਵਿੱਚੋਂ? ਕੋਠੀ ਹੋ ਗਈ ਤਾਂ ਕੀ ਹੋ ਗਿਆ, ਮੈਂ ਰਹਿਣਾ ਹੀ ਹੈ ਨਾ। ਵੱਡੀ ਕਾਰ ਨਾ ਹੋਈ ਤਾਂ ਕੀ ਹੈ, ਮੈਂ ਚਲਾ ਹੀ ਗਿਆ, ਮੇਰਾ ਕੰਮ ਤੇ ਚੱਲ ਰਿਹਾ ਨਾ। ਕਾਮਨਾਵਾਂ ਨੂੰ ਖਤਮ ਕਰਨਾ ਹੈ। ਕਾਮਨਾਵਾਂ ਨੂੰ ਅਸੀਂ ਮੰਗਣੀਆਂ ਨਹੀਂ ਹੈ। ਜਿੰਨੀ ਇੱਕ ਮੰਗੋਗੇ 4 ਨੂੰ ਹੋਰ ਜਨਮ ਦੇਗੀ। ਕਾਰ ਆ ਜਾਏਗੀ। ਮੈਂ ਉਸ ਦਿਨ ਹੀ ਤੁਹਾਨੂੰ ਸਾਂਝ ਕੀਤੀ ਸੀ, ਬੰਦਾ ਦੁਖੀ ਪਤਾ ਕਿਉਂ ਹੈ? ਕਿਉਂ ਹੈ? ਮੈਂ ਚੰਗਾ ਭਲਾ ਘਰ ਬੈਠਾ ਹੋਇਆ, ਮੇਰੇ ਭਰਾ ਨੇ ਦੱਸਿਆ, ਫੋਨ ਆਇਆ, ਮੈਂ ਬਹੁਤ ਵੱਡੀ ਕੋਠੀ ਬਣਾ ਲਈ ਹੈ। ਮੈਂ ਪਾਗਲ ਹੋ ਗਿਆ। ਬਸ ਮੈਨੂੰ ਇਹ ਮਨ 'ਚ ਆ ਗਿਆ, ਹੁਣ ਮੈਂ ਉਸ ਘਰ ਵਿੱਚ ਮੈਂ 40 ਸਾਲ ਤੋਂ ਰਹਿ ਰਿਹਾ, ਪਰ ਮੈਨੂੰ ਕੋਈ ਪਰੇਸ਼ਾਨੀ ਨਹੀਂ ਸੀ। ਪਰ ਜਦੋਂ ਮੇਰੇ ਭਰਾ ਨੇ, ਮੇਰੀ ਭੈਣ ਨੇ, ਮੇਰੇ ਜੀਜੇ ਨੇ ਕੋਠੀ ਬਣਾ ਲਈ, ਮੈਨੂੰ ਹੁਣ ਘਰ ਚੰਗਾ ਨਹੀਂ ਲੱਗਣ ਲੱਗ ਪਿਆ। ਨਹੀਂ ਭਾਈ, ਗੁਰੂ ਕੋਲੋਂ ਮੰਗੋ, ਮੇਰੀਆਂ ਕਾਮਨਾਵਾਂ ਖਤਮ ਕਰ ਦਿਓ। ਕਿਸੇ ਨੇ ਬਣਾਈ, ਇਹ ਚੰਗੀ ਗੱਲ ਹੈ। ਜਾ ਕੇ ਮੈਂ ਤਾਂ ਕਹਿੰਦਾ ਉਹਦੇ ਘਰ ਜਾਣ ਤੋਂ ਪਹਿਲਾਂ ਇੱਕ ਪਾਠ ਜਪਜੀ ਸਾਹਿਬ ਦਾ ਕਰਕੇ ਜਾ, ਮਹਾਰਾਜ ਉਹ ਸੁੱਖਾਂ ਨਾਲ ਵੰਡਾਵੇ। ਇਹ ਗੁਰਮਤਿ ਜੇ ਪੜ੍ਹਦੇ ਹੋ ਨਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਪਰ ਸਾਡੀ ਕੀ ਸੋਚ ਹੁੰਦੀ ਹੈ? ਤੁਸੀਂ ਫੋਟੋਆਂ ਦੇਖ ਲਿਆ ਕਰੋ, ਕਿਸੇ ਨੇ ਕੋਈ ਫੰਕਸ਼ਨ ਕੀਤਾ, ਅੱਧੇ ਨਾਲ ਜ਼ਿਆਦਾ ਰਿਸ਼ਤੇਦਾਰਾਂ ਦੇ ਮੂੰਹ ਬਣੇ ਹੁੰਦੇ ਨੇ, ਦੇਖ ਲਿਆ ਕਰੋ। ਮਨ ਤੇ ਮੈਂ ਅਕਸਰ ਦੇਖਨੇ ਹਾਂ ਘਰਾਂ ਵਿੱਚ ਜਾ ਕੇ, ਕਿਸੇ ਦਾ ਜੀਜਾ ਮੂੰਹ ਬਣਾ ਕੇ ਬੈਠਾ ਹੈ, ਕਿਸੇ ਦੇ ਘਰ ਵਿਆਹ ਆ ਜਾਏ ਮੁੰਡੇ ਦਾ, ਕਿਸੇ ਦਾ ਜਵਾਈ, ਕਿਸੇ ਦਾ ਫੁੱਫੜ, ਇਹ 3 ਰਿਸ਼ਤੇ ਐਸੇ ਨੇ ਉਸ ਵੇਲੇ ਆਪਣਾ ਆਪ ਦਿਖਾਉਂਦੇ ਨੇ। ਤੇ ਜੇ ਇਸ ਜਵਾਈ ਦਾ ਰਿਸ਼ਤਾ ਵੇਖਣਾ ਹੈ ਨਾ, ਗੁਰੂ ਘਰ 'ਚੋਂ ਵੇਖੋ, ਭਾਈ ਜੇਠੇ ਤੋਂ ਵੇਖੋ। ਜਵਾਈ ਪੁਣਾ ਨਹੀਂ ਦਿਖਾਇਆ, ਕਿਉਂਕਿ ਕਾਮਨਾਵਾਂ ਨਹੀਂ ਸੀ। ਇਹ ਨਹੀਂ ਕਿ ਅਮਰਦਾਸ ਜੀ ਮੈਂ ਤੁਹਾਡਾ ਜਵਾਈ ਬਣ ਗਿਆ, ਟੋਕਰੀ ਢੋਣ ਦੀ ਸੇਵਾ ਉਦੋਂ ਵੀ ਕਰਦੇ ਰਹੇ ਨੇ। ਜੇ ਜਵਾਈ ਦੀ ਐਗਜ਼ਾਮਪਲ ਲੈਣੀ ਹੈ ਨਾ, ਸਹੁਰੇ ਘਰ ਅਸੀਂ ਵੀ ਜਾਂਦੇ ਹਾਂ, ਪੁੱਤਰ ਬਣ ਕੇ ਜਾਓ। ਭਾਈ ਜੇਠਾ ਜੀ ਪੁੱਤਰ ਬਣ ਕੇ ਗੁਰੂ ਅਮਰਦਾਸ ਜੀ ਕੋਲ ਰਹੇ ਨੇ, ਤੇ ਸਾਰੀਆਂ ਆਪਣੇ ਦੇਖੋ ਇੰਨਾ ਪੁੱਤਰ ਬਣ ਗਏ ਵਧੀਆ ਕਿ ਆਪਣੇ 2 ਪੁੱਤਰ ਨੂੰ ਗੱਦੀ ਨਹੀਂ ਦਿੱਤੀ, ਭਾਈ ਜੇਠੇ ਜੀ ਨੂੰ ਦੇ ਦਿੱਤੀ ਗੱਦੀ। ਕੀ ਸੀ? ਕਿ ਉਹਨਾਂ ਨੇ ਕਾਮਨਾਵਾਂ ਖਤਮ ਕਰ ਲਈਆਂ ਆਪਣੀਆਂ। ਤੁਸੀਂ ਸੰਗਤ ਕਰਨ ਨਾਲ, ਬਾਣੀ ਪੜ੍ਹਨ ਨਾਲ ਸਾਡੀਆਂ ਕਾਮਨਾਵਾਂ ਖਤਮ ਹੋਣੀਆਂ ਨੇ। ਹੁਣ ਮੇਰੀ ਇੱਛਾ ਹੀ ਨਹੀਂ ਹੋਏਗੀ, ਭਾਵੇਂ 4 ਗੱਡੀਆਂ ਆ ਜਾਣ, ਮੈਨੂੰ ਕੀ ਲੋੜ ਹੈ? ਸਾਡੀ ਦੌੜ ਖਤਮ ਹੋ ਜਾਏਗੀ। ਜੇ ਇੱਕ ਮੰਗੀਏ ਫਿਰ 2, ਸਾਰੀ ਭਗਤੀ ਤੇ ਅਸੀਂ ਇਹ ਕੰਮਾਂ 'ਚ ਹੀ ਲਾ ਦਿੱਤੀ।
मकान लैण विच, बच्चे लैण विच, है पोतरा आ जाए, इहो चीज़ां मंगे। जिन्नी भगती की कदी एक भगती वो भी करना कि मेरिया इच्छावां ही मुक जाए तो सारा कुछ आपे ही आ जाएगा। तो गुरु साहब इत्थे इस तरह का ही ख्याल दे रहे हैं कि हे परमात्मा तुसी अकामे हो, तुहाडा कामनावां तो रहत हो, त्रिभंगी त्रिकाले अनंगी अकामे, तुहाडे विच कोई कामना नहीं है। तुसी जीवां नूं पैदा करके उन्हां विचों कोई कामनावां नहीं देख रहे, उन्हां नूं आस नहीं है कि मेरे ये जीव पैदा किते इन्हां तो मैं फायदा उठावांगा, नहीं, कोई कामना ही नहीं उन्हां परमात्मा नूं। साडियां कामनावां एक पैदा खत्म होंदियां ने। पहलां असीं छोटे सी खिलौने मंगदे सन, अज वड्डियां गड्डियां मंग, सब कुछ कल चल उही ही कामनावां ही रहीआं ने। तुसीं अज तक देखो जदों भी गुरु साहब एक बाणी पढ़ोगे, मेरा घर विच सुख शांति होवे, मेरे गोडे पीड़ होंदे ने ठीक हो जान, इहो कहने ना। मैं कहना चीज़ां गुरु दी छड्ड दो ना। तुसीं कहो गुरु साहब मैं बाणी पढ़ी है, मनु बस तेरा प्यार है बनिया रहे, ये नेम मेरा बनिया रहे, अपने घरों कोई चंगियां दातां दवो मनु महाराज, मनु अमृत वेला बनिया रहे, बाणी मेरी चलदी ही रहे। ये चीज़ां मंगांगे ना तुहाड़ियां कामनावां मुक जाणगियां, और फिर तुहाडे कोल घर अच्छे भी होणगे ना, उहदे विच भी तुसीं उदास रहोगे। क्यों? क्योंकि तुसीं उस परमात्मा तो विछड़न का तुहानूं एहसास हो जाएगा। तो गुरु साहब अज इस अखीर बंद विच यही कह रहे हैं कि वह अकामे में ਉਹਦੇ ਕੋਲ ਉਹਨੂੰ ਕੋਈ ਕਾਮਨਾਵਾਂ ਨਹੀਂ ਨੇ, ਕਾਮਨਾਵਾਂ ਤੋਂ ਮੁਕਤ ਹੈ। ਅਤੇ ਜੇ ਅਸੀਂ ਉਹਨੂੰ ਨਮਸਕਾਰ ਕਰਾਂਗੇ ਸਾਡੀਆਂ ਵੀ ਕਾਮਨਾਵਾਂ ਖਤਮ ਹੋ ਜਾਣਗੀਆਂ। ਕਾਮਨਾਵਾਂ ਖਤਮ ਹੋ ਗਈਆਂ, ਤੁਹਾਡੇ ਅੰਦਰ ਸਹਿਜ ਆਪੇ ਹੀ ਆ ਜਾਣਾ ਹੈ। ਇਹ ਜਿਤਨੇ ਵੀ ਸਾਡੇ ਅੰਦਰ ਭਾਜੜ ਹੈ, ਜਿਤਨੇ ਵੀ ਸਾਡੇ ਅੰਦਰ ਟਿਕਾਵ ਨਹੀਂ ਹੈ, ਇਹ ਕਾਮਨਾਵਾਂ ਹੀ ਖਰਾਬ ਕਰ ਰਹੀਆਂ ਨੇ। ਬਸ ਜਿਸ ਦਿਨ ਤੇਰੀਆਂ ਕਾਮਨਾਵਾਂ ਖਤਮ ਹੋ ਗਈਆਂ ਸਿੱਖਾ, ਉਸ ਵੇਲੇ ਤੇਰੇ ਅੰਦਰ परमात्मा आप प्रगट हो जाएगा। तो परमात्मा को मंगो सतगुरु सानू बस अपने चरणों के नाल लाई रखो, चरणों का प्यार बख्शो। इतनी अज की सेवा प्रवान करनी। गुरु साहब ने बड़ी बख्शिश की है, तुहाडे रब रूपी संगतां ने अथाह बाणी दे लंगर ला के, छहबर लगा के, और उस आई हुई औखी घड़ी नूं महाराज ने इस तरह उस बच्ची नूं मेहर भरिया हथ रख के इस दे विचों बाहर कढ़ दिता। ये बड़ी अचंभे वाली गल हुंदी है। तो महाराज कृपा करन अगामी परिवार सुखा शांति दे नाल अपने जीवन नूं बतीत करे, इसे तरह तुहाडा प्यार बनिया रहे। और मैं अज फिर बेनती करके जावांगा, जिहड़ा बैंक सरबत दे भले दा असीं हुण बनाया है, उस दे अंदर अपना अपना सवेर तुहाडे कोल माया ज़्यादा होए की करदे हो, कित्थे जाके रख आंदे हो ना बैंक विच, या कोई प्रॉपर्टी ले लैंदे हो। ये धन है ना, ये धन जिहड़ा दुनिया का, देखो एक पंक्ति याद आ गई फिर मैं समाप्ति करना, ये धन करते का खेल है, कदी आवे कदे जावे। ज्ञानियों का धन नाम है, जो सदी रे समाए, नानक जिनको नदर करे ता ये धन पल्ले पाए। फिर पंक्ति ध्यान नाल सुनो, ये धन करते का खेल है। ये जिहड़ा दुनिया का धन है ना, करते का खेड है, तमाशा है सिर्फ, कदे आवे कदे जाए। हथ की मैल है, मैल कदी उतारो तो फिर चढ़ जाती है। इस तरह कालक है, ये धन करते का खेल है, कदे आवे कदे जाए। हुण साडे तुहाडा तो की है, ज्ञानियों का धन नाम है, सद ही रहे समाए, वो सदा ही नाल रहना है। पर किवें? नानक जिनको नदर करे ता ये धन पल्ले पाए। पर जिन्हां ते नदर करदा है तां ये धन मिलदा जे। धन एवें नहीं मिलेगा। दुनिया का धन तुसी बिना किरपा तो लै सकते हो, ठगी ना लै सकते हो, पर जिहड़ा नाम का धन है ना, रोज़ अरदास विच ये दान सब तो वड्डा दान है, भीख खिचो जिहड़ा सानू मिलना है, वो नाम का दान। तो गुरु साहब कृपा करन, इस धन नूं मंगो। सतगुर मैनूं कुछ नहीं चाहिए, मैं नाम धन दे। नाम धन होएगा, सब चीज़ां आपे ही आ जाणगियां। पेड़ आ गया ना, पत्तियां भी आ जाणगियां, फुल भी, पत्ते भी, फल भी, सब कुछ आपे आ जाएगा। जे असी थोड़ी थोड़ी चीज़ां विचों मंगांगे तो कित्थे दे नहीं रवांगे। तो सतगुर सब ते मेहर करन, सब नूं नाम धन देन। नाम धन जिस जन के पाले सोई पूरा शाह। असी शाह बनना है, असी भिखारी नहीं बनना। जिहड़े ये धन इकट्ठे करते हैं संसार तो जाते हैं भिखारी बन के जाते हैं, पर जिहड़े नाम का धन इकट्ठा करके जाते हैं
ਮਾਰੇ ਕਹਿੰਦੇ ਨੇ ਉਹ ਸ਼ਾਹ ਬਣ ਕੇ ਜਾਂਦੇ ਨੇ। ਰੇ ਦਰਗਹਿ ਕਹੈ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇਉ। ਉੱਥੇ ਵੀ ਸੰਸਾਰ ਵਿੱਚ ਵਾਹ ਵਾਹ, ਅਗਾਂਹ ਵਿੱਚ ਵੀ ਉਹਨਾਂ ਦੀ ਵਾਹ ਵਾਹੀ ਹੋਣੀ ਜੇ। ਉਹਨੂੰ ਵੀ ਕਹਿਣਗੇ ਆਓ, ਰੇ ਦਰਗਹਿ ਕਹੈ ਨਾ ਕਹੂ, ਆਓ ਬੈਠ। ਕੋਈ ਘਰ ਵਿੱਚ ਚੰਗਾ ਬੰਦਾ ਵੱਡਾ ਆ ਜਾਏ, ਕਹਿੰਦੇ ਨਾ ਡਰਾਇੰਗ ਰੂਮ ਸਾਫ਼ ਕਰਕੇ ਉਹਨੂੰ ਬਿਠਾਓ, ਅੱਛੀਆਂ ਚੀਜ਼ਾਂ। ਰੱਬ ਦੇ ਘਰ ਵਿੱਚ ਜਿਹੜਾ ਨਾਮ ਜਪ ਕੇ ਆਏਗਾ ਨਾ, ਨਾਮ ਦਾ ਧਨ ਇਕੱਠਾ ਕਰਕੇ ਆਏਗਾ, ਉਹਦੀ ਵੀ ਆਓ ਭਗਤ ਹੋਏਗੀ। ਆਓ ਬੈਠੋ, ਆਓ ਬੈਠ ਆਦਰ ਸ਼ੁਭ ਦੇਉ। ਆਦਰ ਮਿਲੇਗਾ ਉੱਥੇ ਤੁਹਾਨੂੰ। ਤਾਂ ਅਰਦਾਸ ਮੇਰੀ ਵੀ ਕਰੋ, ਆਪਣੀ ਵੀ ਕਰੋ, ਗੁਰੂ ਸਾਹਿਬ ਸਾਨੂੰ ਇਹ ਵਾਲੀ ਦਾਤ ਸਾਡੀ ਝੋਲੀ ਵਿੱਚ ਪਾ ਦਿਓ। ਉਹ ਕਿਹੜੀ ਹੈ? ਉਹ ਨਾਮ ਦੀ। ਸੋ ਅੱਜ ਦੀ ਸੇਵਾ ਪ੍ਰਵਾਨ ਕਰ ਲੈਣੀ। ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਗੁਰੂ ਸਾਹਿਬ ਕਿਰਪਾ ਕਰਨ।